ਹੌਟਲਾਈਨ ਟੂਡੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੇਰੇ ਨਾਲ ਅੱਜ ਪ੍ਰੋਗਰਾਮ ਵਿੱਚ ਹਾਜ਼ਰ ਨੇ ਕ੍ਰਿਟਿਕ ਪ੍ਰੋਫੈਸਰ ਆਰ.ਐਸ. ਬਰਾੜ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਐਮ ਪੀ ਸਿੰਘ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਵਿਊਅਰਸ ਨੂੰ। ਬਰਾੜ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਜੀ, ਉਹ ਹੈ ਭਾਰਤ ਵਿੱਚ ਰਾਸ਼ਟਰਪਤੀ ਦੀ ਚੋਣ ਦੀ ਗੱਲ ਜੀ। ਰਾਜ ਕਰਦੀ ਪਾਰਟੀ ਬੀਜੇਪੀ ਵੱਲੋਂ ਦੂਜੀ ਵਾਰ ਕਿਸੇ ਦਲਿਤ ਉਮੀਦਵਾਰ ਨੂੰ ਮੈਦਾਨ 'ਚ ਉਤਾਰਿਆ ਜਾ ਰਿਹਾ ਜੀ। ਜਿਹੜੇ ਮੌਜੂਦਾ ਰਾਸ਼ਟਰਪਤੀ ਆ ਉਹ ਵੀ ਦਲਿਤ ਭਾਈਚਾਰੇ ਨਾਲ ਹੀ ਹੈਗੇ, ਤੇ ਜਿਹੜੇ ਹੁਣ ਕੈਂਡੀਡੇਟ ਬਣਾਏ ਗਏ ਹਾਂਜੀ ਉਹਨਾਂ ਦੇ ਦੋ ਪੱਖ ਹੈ। ਇੱਕ ਤਾਂ ਚਲੋ ਫੀਮੇਲ ਕੈਂਡੀਡੇਟ ਹੈ ਜੀ, ਫੀਮੇਲ ਰਾਸ਼ਟਰਪਤੀ ਪਹਿਲਾਂ ਵੀ ਇੱਕ ਰਹਿ ਚੁੱਕੇ ਹੈਗੇ, ਇਹ ਫੀਮੇਲ ਕੈਂਡੀਡੇਟ ਹੈ, ਤੇ ਦੂਸਰਾ ਉਹ ਦਲਿਤ ਭਾਈਚਾਰੇ ਨਾਲ ਹੈਗੇ ਜੀ। ਦੋ ਉਹਨਾਂ ਦਾ ਮੁਕਾਬਲਾ ਜਿਹੜਾ ਉਹ ਬੀਜੇਪੀ ਨੂੰ ਛੱਡ ਕੇ ਤ੍ਰਿਣਮੂਲ ਕਾਂਗਰਸ ਵਿੱਚ ਗਏ ਜਿਹੜੇ ਆ ਯਸ਼ਵੰਤ ਸਿਨਹਾ ਉਹਨਾਂ ਨਾਲ ਹੋਣਾ। ਮੁਕਾਬਲੇ ਵਿੱਚ ਹੁੰਦਾ ਹੀ ਹੈ ਜੀ ਵੀ ਸ਼ਾਇਦ ਹਿਸਟਰੀ 'ਚ ਇੱਕੋ ਵਾਰੀ ਹੋਇਆ ਜਦੋਂ ਨੀਲਮ ਸੰਜੀਵਾ ਰੈਡੀ ਨੂੰ ਪਾਰਟੀ ਨੇ ਕੈਂਡੀਡੇਟ ਖੜਾ ਕਰਕੇ ਤੇ ਆਪ ਹੀ ਹਰਾ ਦਿੱਤਾ, ਮਿਸਟਰ ਵੀਵੀ ਗਿਰੀ ਨੂੰ ਜਿਤਾਇਆ ਸੀਗਾ। ਆਪ ਦੀ ਪਾਰਟੀ ਦਾ ਕੈਂਡੀਡੇਟ ਆਪ ਹੀ ਹਰਾ ਲੈਣਾ, ਮੈਨੂੰ ਲੱਗਦਾ ਬੀਜੇਪੀ ਵਿੱਚ ਤਾਂ ਸ਼ਾਇਦ ਇੱਦਾਂ ਦੀ ਗੱਲ ਨਾ ਹੋਵੇ ਵੀ ਯਸ਼ਵੰਤ ਸਿਨਹਾ ਦੇ ਨਾਲ ਤੇ ਪਿਆਰ ਕਰਨ ਵਾਲੇ ਬੰਦੇ ਹੋ ਸਕਦੇ, ਉਹਨਾਂ ਦੇ ਉਪਾਸ਼ਕ ਹੋ ਸਕਦੇ, ਉਹਨਾਂ ਨੂੰ ਚੰਗਾ ਸਮਝਣ ਵਾਲੇ ਹੋ ਸਕਦੇ ਆ, ਪਰ ਕ੍ਰਾਸ ਵੋਟਿੰਗ ਦੇ ਵਿੱਚ ਕਈ ਵਾਰੀ ਮੁਸ਼ਕਲਾਂ ਆਉਂਦੀਆਂ ਹੁੰਦੀਆਂ। ਸ਼ਾਇਦ ਇੱਦਾਂ ਦੀ ਗੱਲ ਤਾਂ ਨਾ ਹੋਵੇ, ਪਰ ਇੱਕ ਸਵਾਲ ਜ਼ਰੂਰ ਬਣਦਾ ਜੀ ਇਸ ਰਾਸ਼ਟਰਪਤੀ ਚੋਣ ਦੇ ਨਾਲ ਜੁੜਿਆ ਹੋਇਆ। ਬੀਜੇਪੀ ਆਪਦੇ ਵੱਲੋਂ ਆਪਦਾ ਚਿਹਰਾ ਮੋਹਰਾ ਜਿਹੜਾ ਉਹ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਦੇਖੋ ਜੀ ਫੀਮੇਲ ਦਾ ਕਿੰਨਾ ਸਤਿਕਾਰ ਕਰਦੇ ਆ, ਔਰਤਾਂ ਦਾ ਕਿੰਨਾ ਸਤਿਕਾਰ ਕਰਦੇ ਆ, ਦੂਜਾ ਦਲਿਤ ਭਾਈਚਾਰਾ ਵੀ ਜਿਹੜਾ ਸਾਡੀ ਸੁਸਾਇਟੀ ਦਾ ਪਾਰਟ ਹੈ, ਜਦੋਂ ਕਿ ਅਸਲੀਅਤ ਦੋਨੋਂ ਗੱਲਾਂ ਨਹੀਂ ਹੈਗੀਆਂ ਜੀ। ਇਹਦੇ ਤੇ ਮੈਂ ਤੁਹਾਡੀ ਟਿੱਪਣੀ ਚਾਹੁੰਦਾ। ਤੁਸੀਂ ਡਿਬੇਟ ਨੂੰ ਨਾ ਬਹੁਤ ਇੰਟਰਸਟਿੰਗ ਬਣਾ ਲੈਂਦੇ ਹੋ ਤੇ ਦੋਨੋਂ ਪੱਖ ਜਿਹੜੇ ਹੈਗੇ ਆ ਉਹ ਵਿਊਜ਼ ਦੇ ਸਾਹਮਣੇ ਰੱਖ ਦਿੰਦੇ ਹੋ, ਤੇ ਮੈਨੂੰ ਉਹਦੇ ਤੇ ਆਪਣੇ ਕਮੈਂਟ ਦੇਣੇ ਪੈਂਦੇ ਹੈਗੇ ਆ। ਦੇਸ਼ ਦੇ ਸੰਵਿਧਾਨ ਮੁਤਾਬਕ ਜੁਲਾਈ ਦੇ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਹੋਣੀ ਹੈ। ਬੀਜੇਪੀ ਤੇ ਨਾਲ ਜਿਹੜੇ ਉਹਨਾਂ ਦੀਆਂ ਅਲਾਈਸ ਨੇ, ਐਨਡੀਏ ਕਹਿ ਸਕਦੇ ਆ, ਉਹਨਾਂ ਵੱਲੋਂ ਦ੍ਰੋਪਦੀ ਮੁਰਮੂ ਹਾਂ ਨਵਾਂ ਨਾਮ ਥੋੜਾ ਜਿਹਾ ਔਖਾ। ਦ੍ਰੋਪਦੀ ਮੁਰਮੂ ਜੀ ਦਾ ਨਾਮ ਜਿਹੜਾ ਹੈਗਾ ਇਹ ਉੜੀਸਾ ਤੋਂ ਹੈਗੇ ਨੇ ਤੇ ਸ਼ਡਿਊਲ ਟ੍ਰਾਈਬਸ ਦੇ ਨਾਲ ਜਿਹੜੇ ਹੈਗਾ ਇਹ ਸੰਬੰਧ ਰੱਖਦੇ ਹੈਗੇ ਆ। ਬੀਜੇਪੀ ਦੀ ਜਿਹੜੀ ਹੈਗੀ ਆ ਨੀਤੀ ਜਿਹੜੀ ਹੈਗੀ ਆ ਉਹ ਤਕਰੀਬਨ ਇਹ ਹੈਗਾ ਕਿ ਸਾਰੇ ਵਰਗਾਂ ਨੂੰ ਕਿਵੇਂ ਨਾ ਕਿਵੇਂ ਕਿਤੇ ਨਾ ਕਿਤੇ ਅਕੋਮੋਡੇਟ ਕੀਤਾ ਜਾਵੇ, ਤਾਂ ਕਿ ਜਿਹੜਾ ਉਹਨਾਂ ਦਾ ਇੱਕ ਫੇਸ ਹੈਗਾ ਵਰਲਡ ਜਿਹੜਾ ਇੰਡੀਆ ਦੇ ਵਿੱਚ ਉਹ ਇਹ ਲੱਗੇ ਕਿ ਸਭ ਕਾ ਸਾਥ ਤੇ ਸਭ ਕਾ ਵਿਕਾਸ ਜਿਹੜੀ ਗੱਲ ਕਹਿੰਦੇ ਇੰਟਰਨੈਸ਼ਨਲ ਲੈਵਲ ਤੇ ਵੀ ਫੇਮ ਲੈਣ ਦੀ ਗੱਲ ਹੁੰਦੀ ਹੈ। ਪਹਿਲਾਂ ਤਾਂ ਆਪਾਂ ਨੇ ਇਸ ਕੈਂਡੀਡੇਟ ਦੀ ਮੈਰਿਟਸ ਦੇਖ ਲੈਂਦੇ ਹੈਗੇ ਕਿ ਇਹ ਦ੍ਰੋਪਦੀ ਮੈਡਮ ਜਿਹੜੇ ਨੇ ਉੜੀਸਾ ਤੋਂ ਨੇ, ਸ਼ਡਿਊਲ ਟ੍ਰਾਈਬ ਨੂੰ ਇਹ ਬਿਲੋਂਗ ਕਰਦੇ ਹੈਗੇ ਆ, ਔਰ ਐਜੂਕੇਟਿਡ ਨੇ, ਅਸਿਸਟੈਂਟ ਪ੍ਰੋਫੈਸਰ ਵੀ ਰਹੇ ਨੇ ਯੂਨੀਵਰਸਿਟੀ ਦੇ ਵਿੱਚ, ਉੱਥੇ ਕਾਲਜ ਦੇ ਵਿੱਚ। ਉਸ ਤੋਂ ਬਾਅਦ ਇਰੀਗੇਸ਼ਨ ਡਿਪਾਰਟਮੈਂਟ 'ਚ ਵੀ ਰਹੇ ਨੇ। ਇਹਨਾਂ ਨੇ 1997 ਦੇ ਵਿੱਚ ਬੀਜੇਪੀ ਜੁਆਇਨ ਕੀਤੀ ਸੀ, ਤੇ ਸਮਝ ਲਓ ਕਿ 25 ਸਾਲ ਬਾਅਦ ਉਹ ਰਾਸ਼ਟਰਪਤੀ ਬਣ ਜਾ ਰਹੇ ਨੇ। ਉਸ ਤੋਂ ਬਾਅਦ 5 ਸਾਲ ਇਹ ਝਾਰਖੰਡ ਦੇ ਗਵਰਨਰ ਰਹੇ ਨੇ, ਔਰ ਇਹਨਾਂ ਨੇ ਆਪ ਦਾ ਜਿਹੜਾ ਸਟੈਂਟ ਐਸ ਗਵਰਨਰ ਹੈਗਾ ਬੜਾ ਸਕਸੈਸਫੁਲ ਹੈਗਾ। ਬੀਜੇਪੀ ਨੇ 2-3 ਕੈਂਡੀਡੇਟਸ ਪਹਿਲਾਂ ਵੀ ਇਹਦੇ ਤੋਂ ਵਿਚਾਰੇ ਸੀਗੇ। ਇੱਕ ਦਾ ਨਾਮ ਆ ਰਿਹਾ ਸੀ ਕਿ ਜਿਹੜੇ ਸਾਡੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਨੇ ਵੀ ਸ਼ਾਇਦ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ। 1-2 ਨਾਮ ਹੋਰ ਵੀ ਆਏ ਸੀਗੇ, ਪਰ ਮੇਰਾ ਖਿਆਲ ਆ ਕਿ ਜੋ ਇਲੈਕਸ਼ਨ ਦਾ ਇਲੈਕਟੋਰਲ ਕਾਲਜ ਹੁੰਦਾ ਨਾ, ਉਹਨੂੰ ਜ਼ਰੂਰ ਮੱਦੇਨਜ਼ਰ ਰੱਖਿਆ ਜਾਂਦਾ ਕਿ ਨੋਮੀਨੇਸ਼ਨ ਤੋਂ ਪਹਿਲਾਂ ਇਲੈਕਟੋਰਲ ਕਾਲਜ ਦੇ ਵਿੱਚ ਜੋ ਜਿਸਨੇ ਕਿ ਚੁਣਨਾ ਹੁੰਦਾ ਵੋਟਾਂ ਨੇ ਪ੍ਰੈਜ਼ੀਡੈਂਟ ਨੂੰ, ਬੀਜੇਪੀ ਕੋਲੇ ਨੰਬਰਸ ਘੱਟ ਸੀਗੇ, ਜੋ ਨੰਬਰ ਚਾਹੀਦੇ ਨੇ ਕੈਲਕੂਲੇਸ਼ਨ ਮੁਤਾਬਕ ਤਾਂ ਉਹਨਾਂ ਨੇ ਇਹ ਸੋਚਿਆ ਵੀ ਉਹ ਕੈਂਡੀਡੇਟ ਲਿਆ ਜਾਵੇ ਜਿਸ ਕੈਂਡੀਡੇਟ ਨੂੰ ਬਾਹਰੋਂ ਵੀ ਸਪੋਰਟ ਮਿਲੇ, ਦੂਜੇ ਸਪੋਰਟ ਕਰਦੇ ਦੂਸਰੀਆਂ ਪਾਰਟੀਆਂ ਆਪਣੀ ਐਨਡੀਏ ਦੀ ਸਪੋਰਟ ਉੱਪਰ ਉਹ ਆਪਣੇ ਕਿਸੇ ਕੈਂਡੀਡੇਟ ਨੂੰ ਨਹੀਂ ਜਿਤਾ ਸਕਦੇ ਸੀਗੇ। ਔਰ ਇਹਦੇ ਵਿੱਚ ਉਹਨਾਂ ਨੇ ਫਿਰ ਜਦੋਂ ਉੜੀਸਾ ਤੋਂ ਲਿਆ ਤੇ ਉੜੀਸਾ ਦੀ ਕਾਫੀ ਵੋਟ ਬੈਂਕ ਜਿਹੜਾ ਹੈਗਾ ਬਿਜੂ ਪਟਨਾਇਕ ਜੀ ਨੂੰ ਜਦੋਂ ਉਹਨਾਂ ਨੇ ਕੰਸਲਟ ਕੀਤਾ ਤਾਂ ਉਹਨਾਂ ਨੇ ਕਿਹਾ ਆਈ ਐਮ ਵੈਰੀ ਹੈਪੀ। ਫਿਰ ਇਹੀ ਇਸ਼ੂ ਜਿਹੜਾ ਸੀਗਾ ਝਾਰਖੰਡ ਮੁਕਤੀ ਮੋਰਚੇ ਵਾਲਿਆਂ ਦੇ ਮੂਹਰੇ ਆਇਆ, ਉਹਨਾਂ ਨੇ ਕਿਹਾ ਵੀ ਆਰ ਆਲਸੋ ਹੈਪੀ। ਤੇ ਹੁਣ ਲੇਟੈਸਟ ਜਿਹੜਾ ਬੀਐਸਪੀ ਹੈ ਜਿਹੜੀ ਹੈਗੀ, ਬੀਐਸਪੀ ਨੇ ਵੀ ਕਹਿ ਦਿੱਤਾ ਹੈਗਾ ਕਿ ਅਸੀਂ ਤਾਂ ਜੋ ਮੈਂ ਨੰਬਰਸ ਦੇਖ ਰਿਹਾ ਸੀਗਾ, ਨੰਬਰਸ ਮੁਤਾਬਕ
द्रौपदी मैडम की जी जित हैगी आ ये यकीनी हैगी हो चुकी हैगी आ। हुण रही गल दूसरे आपोजिशन कैंਡੀਡੇਟ की, डेमोक्रेसी की ना एक बहुत खूबसूरती होंदी हैगी आ कि तुसीं विरोध विच जरूर आओ, विरोध विच आउणा चाहिदा है। ये डायनेमिक्स जितो ना जितो दा मतलब नहीं है। तुहानूं याद होना कि शायद 60s ਦੇ ਵਿੱਚ जस्टिस राव ਨੂੰ कैंਡੀਡੇਟ ਬਣਾਇਆ ਸੀ। ਹਾਂਜੀ ਹਾਂਜੀ। ਉਹ ਇਸ ਕਰਕੇ ਕੈਂਡੀਡੇਟ ਬਣਾਇਆ ਸੀ ਉਹਨਾਂ ਨੂੰ ਆਪੋਜੀਸ਼ਨ ਨੇ ਕਿ ਉਹਨਾਂ ਨੇ ਇੱਕ ਜੱਜਮੈਂਟ ਦਿੱਤੀ ਸੀ ਜਿਹਦੇ 'ਚ ਕਿ ਕਿਹਾ ਸੀ ਕਿ ਜਿਹੜੇ ਫੰਡਾਮੈਂਟਲ ਰਾਈਟਸ ਨੇ ਕਨਸਟੀਟਿਊਸ਼ਨ 'ਚ ਇਹਨਾਂ ਨੂੰ ਪਾਰਲੀਮੈਂਟ ਅਮੈਂਡ ਨਹੀਂ ਕਰ ਸਕਦੀ। ਠੀਕ। ਦੈਟ ਵਾਜ਼ ਅ ਵੈਰੀ ਸਟਰੋਂਗ ਸਿਗਨਲ ਟੂ ਪ੍ਰੀਜ਼ਰਵ ਡੈਮੋਕ੍ਰੇਸੀ। ਤੇ ਜਿਹੜਾ ਹੁਣ ਜਿਹੜਾ ਹੈਗਾ ਨਾ ਜਿੱਥੋਂ ਸਿਨਹਾ ਸਾਹਿਬ ਨੂੰ ਜਦੋਂ ਇਹਨਾਂ ਨੇ ਲਿਆਂਦਾ ਹੈਗਾ, ਇੱਥੇ ਵੀ ਇੱਕ ਆਈਡੀਓਲੋਜੀਕਲ ਫਾਈਟ ਜਿਹੜੀ ਹੈਗੀ ਆ ਉਹ ਲੋਕਾਂ ਮੂਹਰੇ ਰੱਖਣੀ ਜਾ ਰਹੀ ਹੈ। ਆਈਡੀਓਲੋਜੀਕਲ ਫਾਈਟ ਕੀ ਹੈਗੀ ਆ ਕਿ RSS ਤੇ BJP ਤੇ NDA ਦਾ ਇੱਕ ਵਿਜ਼ਨ ਹੈ ਇੰਡੀਆ ਦਾ, ਆਈਡੀਆ ਆਫ ਇੰਡੀਆ, ਤੇ ਇੱਕ ਵਿਜ਼ਨ ਜਿਹੜਾ ਹੈਗਾ ਉਹ ਜਿਹਨੂੰ ਰਿਪਰੈਜ਼ੈਂਟ ਕਰਦੇ ਨੇ ਸਿਨਹਾ ਸਾਹਿਬ, ਜਿਹਨੂੰ ਕਿ ਦੂਸਰੀਆਂ ਪਾਰਟੀਆਂ ਨੇ ਸਪੋਰਟ ਕਰਨਾ। ਤਾਂ ਦਿਸ ਇਜ਼ ਐਨ ਆਈਡੀਓਲੋਜੀਕਲ ਫਾਈਟ ਐਟ ਦੀ ਲੈਵਲ ਆਫ ਦੀ ਪ੍ਰੈਜ਼ੀਡੈਂਟ। ਤਾਂ ਜਿਹੜੀ ਆਈਡੀਓਲੋਜੀਕਲ ਫਾਈਟ ਹੁੰਦੀ ਹੈ ਨਾ, ਇਹਦੇ ਦੋ ਫਾਇਦੇ ਹੁੰਦੇ ਹੈਗੇ ਆ। ਇੱਕ ਤਾਂ ਇਹ ਹੁੰਦੇ ਆ ਕਿ ਲੋਕਾਂ ਵਿੱਚ ਹੌਸਲਾ ਵੱਧਦਾ ਹੈ ਕਿ ਜੇ ਕੋਈ ਜ਼ਰੂਰਤ ਪਈ ਤਾਂ ਸਾਨੂੰ ਕੰਟੈਸਟ ਕਰਨਾ ਚਾਹੀਦਾ ਹੈਗਾ। ਕਿਉਂਕਿ ਜਿਹੜੇ ਯਸ਼ਵੰਤ ਸਿਨਹਾ ਕਾਫੀ ਦੇਰ ਤੋਂ ਮੈਂ ਦੇਖਿਆ ਕਿ ਟਵਿੱਟਰ ਦੇ ਉੱਪਰ ਸਾਰੀਆਂ ਪਾਲਿਸੀਜ਼ ਨੂੰ ਇਹਨਾਂ ਦੀਆਂ ਗੌਰਮੈਂਟ ਦੀਆਂ ਨੂੰ ਆਪਣਾ ਕਮੈਂਟ ਦਿੰਦੇ ਸੀ, ਚਾਹੇ ਉਹ ਫਾਈਨੈਂਸ ਦੀ ਹੈਗੀ ਆ, ਚਾਹੇ ਉਹ ਚਾਈਨੀਜ਼ ਐਗਰੈਸ਼ਨ ਦੀ ਹੈਗੀ ਆ। ਤਾਂ ਇੱਕ ਬਹੁਤ ਟਾਲ ਕੈਂਡੀਡੇਟ ਨੇ ਜਿਹੜੇ ਕਿ ਉਹਨਾਂ ਨੇ ਹਾਂ ਕੀਤੀ ਆ। ਉਦੋਂ ਪਹਿਲਾਂ 3 ਕੈਂਡੀਡੇਟ ਹੋਰ ਵੀ ਇਹਨਾਂ ਨੇ ਕੰਸੀਡਰ ਕੀਤੇ ਸੀ। ਫਰੂਖ ਅਬਦੁੱਲਾ ਸਾਹਿਬ ਨੂੰ ਕਿਹਾ ਸੀ, ਉਹਨਾਂ ਨੇ ਗਾਂਧੀ ਪਰਿਵਾਰ ਵਿੱਚੋਂ ਕਿ ਗਾਂਧੀ ਫੈਮਿਲੀ ਤੋਂ ਸੀਗੇ, ਮਹਾਤਮਾ ਗਾਂਧੀ ਤੇ ਫੈਮਿਲੀ ਚੋਂ, ਉਹਨਾਂ ਨੇ ਵੀ ਮਨਾ ਕਰ ਦਿੱਤਾ ਸੀਗਾ। ਤੇ ਇੱਕ ਹੋਰ ਕੈਂਡੀਡੇਟ ਸ਼ਾਇਦ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ, ਉਹਨਾਂ ਨੇ ਵੀ ਮਨਾ ਕਰ ਦਿੱਤਾ ਕਿ ਮੈਂ ਨਹੀਂ। ਤਾਂ ਇਹ ਆਈਡੀਓਲੋਜੀਕਲ ਫਾਈਟ ਜਿਹੜੀ ਹੈਗੀ ਆ ਇਹ ਇੰਡੀਅਨ ਡੈਮੋਕ੍ਰੇਸੀ ਵਾਸਤੇ ਮੈਂ ਸਮਝਦਾ ਕਿ ਬਹੁਤ ਹੀ ਅੱਛੀ ਫਾਈਟ ਹੈਗੀ। ਜਿੱਤਣਾ ਤਾਂ ਵੋਟਾਂ ਮੁਤਾਬਕ ਹੁੰਦਾ ਜਿਸ ਨੇ ਜਿੱਤਣਾ ਹੈਗਾ, ਪਰ ਮੈਨੂੰ ਜੋ ਲੱਗਦਾ ਹੈਗਾ ਕਿ NDA ਨੇ ਇਹ ਨਿਰਣਾ ਕਰ ਲਿਆ ਹੈਗਾ ਕਿ ਸਾਡਾ ਜਿਹੜਾ ਕੈਂਡੀਡੇਟ ਹੈਗਾ ਉਹ ਵਿਨਰ ਹੋਊਗਾ। ਤਾਂ ਜੋ ਵੀ ਵਿਨਰ ਕੈਂਡੀਡੇਟ ਆ, ਜੋ ਪ੍ਰੈਜ਼ੀਡੈਂਟ ਬਣਦਾ ਹੈਗਾ, ਉਹ ਸਾਰਿਆਂ ਦਾ ਸਤਿਕਾਰਤ ਪਾਤਰ ਹੁੰਦਾ ਕਿਉਂਕਿ ਉਹ ਕਨਸਟੀਟਿਊਸ਼ਨਲ ਹੈਡ ਹੁੰਦਾ ਇੱਕ ਤਰ੍ਹਾਂ। ਬਿਲਕੁਲ। ਤੇ ਸਾਡੀ ਉਸ ਕਿਸਮ ਦੀ ਰਿਸਪੈਕਟ ਹੋਊਗੀ। ਜਿਹੜੀ ਦੂਜੀ ਗੱਲ ਮੈਂ ਨਾਲ ਸ਼ੁਰੂ ਕੀਤੀ ਸੀਗੀ ਵੀ BJP ਅਸਲ ਵਿੱਚ ਜਦੋਂ ਆਉਂਦੀ ਆ ਗੱਲ ਕਿ ਉਹ ਦਲਿਤ ਵਿਰੋਧੀ ਉਹਨਾਂ ਦੀਆਂ ਐਕਟੀਵਿਟੀਜ਼ ਹੁੰਦੀਆਂ ਜਾਂ ਔਰਤਾਂ ਪ੍ਰਤੀ, ਜਿੱਦਾਂ ਹੁਣ ਗੱਲ ਕਰ ਲਈਏ, ਕੁਝ ਬਹੁਤ ਸਾਰੇ ਮੰਦਿਰ ਇੱਦਾਂ ਦੇ ਆ ਜਿੱਥੇ ਦਲਿਤਾਂ ਨੂੰ ਜਾਣ ਦੀ ਜ਼ਰੂਰਤ ਨਹੀਂ ਹੈ। ਜਿਹੜੇ ਮੌਜੂਦਾ ਰਾਸ਼ਟਰਪਤੀ ਸਾਹਿਬ ਇਹਨਾਂ ਨਾਲ ਵੀ ਇੱਦਾਂ ਹੋ ਚੁੱਕਾ ਕਿ ਇੱਕ ਮੰਦਿਰ ਵਿੱਚ ਉਹਨਾਂ ਨੂੰ ਬਾਹਰੋਂ ਕਹਿਤਾ ਮੱਥਾ ਟੇਕ ਲਓ ਜੀ, ਤੁਸੀਂ ਅੰਦਰ ਜਾ। ਪਹਿਲਾਂ ਤੁਹਾਨੂੰ ਯਾਦ ਹੋਣਾ ਗਿਆਨੀ ਜੈਲ ਸਿੰਘ ਜੀ ਦੇ ਨਾਲ ਵੀ ਇਹੀ ਪ੍ਰੋਬਲਮ ਆਈ ਸੀ, ਹੈ ਨਾ ਜੀ। ਤੇ ਇਹ ਜਿਹੜੀ ਇਹ ਚਿਹਰਾ ਜਿਹੜਾ ਕਿੱਦਾਂ ਫਿਰ ਸਾਫ਼ ਰੱਖਣਗੇ? ਦੇਖੋ, ਇੱਕ ਹੈ ਪੋਲੀਟੀਕਲ ਲਾਈਨ ਤੇ ਪੋਲੀਟੀਕਲ ਪਾਲਿਸੀ, ਇੱਕ ਹੈ ਰਿਲੀਜੀਅਸ ਲਾਈਨ ਤੇ ਰਿਲੀਜੀਅਸ ਪਾਲਿਸੀ। ਇਹ ਦੋਨੋਂ ਜਿਹੜੀਆਂ ਨਾ ਇਕੱਠੀਆਂ ਜਾ ਰਹੀਆਂ ਨੇ, ਇੱਕੋ ਦਿਸ਼ਾ 'ਚ ਜਾ ਰਹੀਆਂ ਨੇ ਇਹ ਜਿਹੜੀਆਂ ਹੈਗੀਆਂ ਨੇ। ਤਾਂ ਰਿਲੀਜੀਅਸ ਫਾਈਟ ਦੇ ਵਿੱਚ ਜਦੋਂ ਉਹਨਾਂ ਨੂੰ ਰਿਲੀਜੀਅਸ ਪਾਲਿਸੀਜ਼ ਜਿਹੜੀਆਂ ਹੁੰਦੀਆਂ ਹੈਗੀਆਂ, ਉਹਦੇ ਵਿੱਚ ਬਹੁਤ ਵੱਡੀ ਕਨਫਰੰਟੇਸ਼ਨ ਹੈ ਦਲਿਤ ਨਾਲ ਉਹਨਾਂ ਦੀ। ਇਹ ਦਲਿਤ ਕਿਉਂਕਿ ਬਹੁਤ ਦੇਰ ਤੋਂ ਦਲਿਤ ਜਿਹੜੇ ਹੈਗੇ ਆ ਹਿੰਦੂ ਸਮਾਜ ਤੋਂ ਆਈਸੋਲੇਟ ਹੋਏ ਸੀ। ਇਹ ਆਪਣੀ ਹਿਸਟਰੀ ਹੈਗੀ ਆ। ਜਦੋਂ ਹੁਣ ਜ਼ਮਾਨਾ ਥੋੜ੍ਹਾ ਜਿਹਾ ਮੋਡਰੇਟ ਹੋ ਗਿਆ ਤੇ ਇੰਟਰਨੈਸ਼ਨਲ ਪ੍ਰੈਸ਼ਰਸ ਨੇ, ਹਿਊਮਨ ਰਾਈਟਸ ਦੇ ਇਸ਼ੂ ਹੁੰਦੇ ਹੈਗੇ ਆ, ਤਾਂ ਅਸੀਂ ਇੱਕ ਆਪਦਾ ਚਿਹਰਾ ਮੋਹਰਾ ਬਦਲਣਾ ਹੁੰਦਾ ਹੈ। ਤਾਂ ਜਿਹੜੀ ਪਾਰਟੀ ਇਨ ਪਾਵਰ ਹੁੰਦੀ ਆ ਉਹਦੀ ਇਹ ਕੋਸ਼ਿਸ਼ ਹੁੰਦੀ ਆ ਕਿ ਥੋੜ੍ਹੀ ਬਹੁਤੀ ਕਾਸਮੈਟਿਕ ਚੇਂਜਸ ਜਿਹੜੀਆਂ ਹੈਗੀਆਂ ਕਰ ਲਈਆਂ ਜਾਣ। ਤਾਂ ਜਿਹੜੀਆਂ ਕਾਸਮੈਟਿਕ ਚੇਂਜਸ ਹੈਗੀਆਂ ਉਹਦੇ ਵਿੱਚ ਕਿ ਵਿਮਨ ਨੂੰ ਵੀ ਅੱਗੇ ਲੈ ਕੇ ਆਓ ਤੁਸੀਂ ਜੀ, ਸ਼ਡਿਊਲ ਟਰਾਈਬਸ ਨੂੰ ਅੱਗੇ ਲੈ ਕੇ ਆਓ, ਸ਼ਡਿਊਲ ਕਾਸਟ ਨੂੰ ਅੱਗੇ। ਇਹ ਬੇਸਿਕਲੀ ਨਾ ਸਿੰਬੋਲਿਕ ਚਿਹਰੇ ਹੁੰਦੇ ਆ। ਇਹ ਨਹੀਂ ਹੁੰਦਾ ਕਿ ਤੁਸੀਂ ਉਸ ਕਲਾਸ ਨੂੰ ਆਪਦੇ ਨਾਲ ਲਾ ਰਹੇ ਆ। ਇਹ ਇੱਕ ਮੈਸੇਜ ਹੈਗਾ ਵੀ ਅਸੀਂ ਤੁਹਾਨੂੰ ਕਲਾਸ ਤੋਂ ਅਸੀਂ ਦੂਰ ਨਹੀਂ ਹੈਗੇ। ਇੱਕ ਹੈਡ ਬਣਾਤਾ, ਇੱਕ ਹੈਡ ਬਣਾ ਦਿੱਤਾ ਹੈਗਾ। ਇਹ ਪੋਲੀਟੀਕਲ ਪਾਰਟੀਆਂ ਦੀ ਇੱਕ ਸਮਝ ਲਓ ਇੱਕ ਪਾਲਿਸੀ ਆ। ਹਾਂਜੀ, ਇਲੈਕਸ਼ਨਾਂ ਦੇ ਵਿੱਚ ਵੀ ਤਾਂ ਜਦੋਂ ਇਹ ਵੀ ਇਲੈਕਸ਼ਨ ਆ, ਦੂਜੀਆਂ ਛੋਟੀਆਂ ਇਲੈਕਸ਼ਨਾਂ ਵਿੱਚ ਵੀ ਇੱਦਾਂ ਹੀ ਹੁੰਦਾ। ਹਾਂ, ਇੱਦਾਂ ਹੀ ਹੁੰਦਾ ਕਿ ਤੁਸੀਂ ਸਾਡੇ ਨਾਲ ਹੋ, ਇਸ ਤਰ੍ਹਾਂ, ਪਰ ਨਾਲ ਰੱਖਣਾ ਨਹੀਂ। ਕਿਉਂਕਿ ਕਨਸਟੀਟਿਊਸ਼ਨ ਦੇ ਵਿੱਚ ਜੋ ਇਕੁਐਲਿਟੀ ਸਾਨੂੰ ਮਿਲੀ ਸੀਗੀ 1950s, 2022 ਤੱਕ ਉਹ ਇਕੁਐਲਿਟੀ ਨਹੀਂ ਹੈਗੀ। ਬਿਫੋਰ ਲਾ, ਬਿਫੋਰ ਜਸਟਿਸ, ਉਹ ਸਾਰਾ ਗੈਪ ਅਜੇ ਉਵੇਂ ਚੱਲਿਆ ਆ ਰਿਹਾ ਹੈਗਾ। ਠੀਕ ਹੈ। ਵੀ ਪੋਲੀਟੀਕਲ ਪਾਰਟੀ ਦੀ ਗੱਲ ਕੀਤੀ, ਨਾਲ ਲੱਗਦੀ ਗੱਲ ਸੰਗਰੂਰ ਦੀ ਕਰ ਲਈਏ ਜੀ। ਸੰਗਰੂਰ ਵਿੱਚ ਇੱਕ ਪੋਲੀਟੀਕਲ ਪਾਰਟੀ ਨੇ ਇੱਕ ਕੈਂਡੀਡੇਟ ਨੂੰ ਮੈਦਾਨ ਵਿੱਚ ਉਤਾਰਿਆ ਜੀ। ਕਹਿੰਦੇ ਉਹ ਬੰਦੀ ਸਿੰਘਾਂ ਦੀ ਫੈਮਿਲੀ ਵਿੱਚੋਂ ਆ ਤੇ ਅਸੀਂ ਇਸ ਇਲੈਕਸ਼ਨ ਦਾ ਮੁੱਦਾ ਜਿਹੜਾ ਵਾ ਉਹ ਬੰਦੀ ਸਿੰਘਾਂ ਦੀ ਰਿਹਾਈ ਹੈ ਜੀ। ਠੀਕ ਹੈ ਜੀ।
ਮੈਨੂੰ ਇਹ ਲੱਗ ਨਹੀਂ ਰਿਹਾ ਕਿ ਉਹ ਕਿਸੇ ਮਜ਼ਬੂਤ ਸਥਿਤੀ ਵਿੱਚ ਹੈਗੇ ਸੀਗੇ ਕੈਂਡੀਡੇਟ ਜੀ। ਸਗੋਂ ਜਿਨ੍ਹਾਂ ਨੇ ਇਹ ਨਾ ਕਰਤੀ ਸੀਗੀ, ਪਹਿਲਾਂ ਸਾਂਝਾ ਕੈਂਡੀਡੇਟ ਬਣਨ ਦੀ ਗੱਲ ਚੱਲੀ ਸੀ ਸਿਮਰਜੀਤ ਸਿੰਘ ਮਾਨ, ਮੈਨੂੰ ਉਹਨਾਂ ਦੀ ਪੋਜੀਸ਼ਨ ਕੁਛ ਅੱਗੇ ਨਾਲੋਂ ਸੁਧਰੀ ਹੋਈ ਲੱਗੀ। ਉਂਝ ਇਹ ਵੀ ਚਰਚਾ 'ਚ ਗੱਲ ਕਿ ਸੰਗਰੂਰ ਪਾਰਲੀਮੈਂਟਰੀ ਇਲੈਕਸ਼ਨ ਜਿਹੜੀ ਆ 2 ਮਾਨ ਲੜ ਰਹੇ ਸੀ, ਇੱਕ ਭਗਵੰਤ ਮਾਨ ਦਾ ਨਾਂ ਆ ਰਿਹਾ ਕਿਉਂਕਿ ਉਹ ਆਪਦੇ ਕੈਂਡੀਡੇਟ ਨੂੰ ਜਿਤਾਉਣ ਦੇ ਲਈ ਸਰਕਾਰੀ ਪੱਧਰ ਤੇ ਪਾਰਟੀ ਪੱਧਰ ਤੇ ਪੂਰਾ ਜ਼ੋਰ ਲਾ ਰਹੇ ਹੋਣਗੇ, ਪਰ ਇਹਦੇ ਬਾਵਜੂਦ ਜਿਹੜੀ ਉੱਥੇ ਪੋਲਿੰਗ ਘੱਟ ਹੋਈ ਜੀ। ਚਰਚਾ ਇਸ ਗੱਲ ਦੀ ਜ਼ਿਆਦਾ ਕਰਨੀ ਜ਼ਰੂਰੀ ਬਣਦੀ ਮੈਨੂੰ ਲੱਗਦਾ। ਅਸੀਂ ਕਰੀਏ ਜੀ, ਸਿਰਫ 36.4% ਪੋਲਿੰਗ ਹੋਈ। ਇਹਦੇ ਘੱਟ ਹੋਣ ਦੇ ਪਿੱਛੇ ਰੀਜ਼ਨ ਸਰਕਾਰ ਤਾਂ ਵੈਸੇ ਇਹ ਕਹਿੰਦੀ ਹੈ ਜੀ ਸਾਡੇ ਬੰਦੇ ਝੋਨਾ ਲਾਉਣ ਗਏ ਆ, ਇਲੈਕਸ਼ਨ ਕਮਿਸ਼ਨ ਨੂੰ ਕਿਹਾ ਜੀ 1 ਘੰਟਾ ਪੋਲਿੰਗ ਦਾ ਟਾਈਮ ਵਧਾ ਦਿਓ, ਤੇ ਉਹ ਕਹਿੰਦੇ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਵੀ ਝੋਨਾ ਲਾਉਣ ਗਏ ਹੋਏ ਤਾਂ ਤੁਸੀਂ ਦਿਹਾੜੀ ਪਹਿਲਾਂ ਦੱਸਦੇ ਸਾਨੂੰ। ਤੇ ਕੀ ਲੱਗਦਾ ਕਿ ਇਹੀ ਕਾਰਨ ਆ ਕਿ ਲੋਕੀ ਜਿਹੜਾ ਬਜਾਈ ਵਿੱਚ ਬਿਜੀ ਸੀ, ਜਾਂ ਲੋਕੀ ਉਚਾਟ ਹੋ ਗਏ ਵੀ ਨਹੀਂ ਛੱਡੋ ਪਰਾਂ ਕੀ ਲੈਣਾ ਇਲੈਕਸ਼ਨਾਂ ਤੋਂ? ਦੇਖੋ, ਜਦੋਂ ਸੰਗਰੂਰ ਦੀ ਬਾਈ ਇਲੈਕਸ਼ਨ ਅਨਾਉਂਸ ਹੋਈ ਸੀ ਨਾ, ਉਦੋਂ ਸਰਕਾਰ ਬਣੀ ਸੀਗੀ, ਮਾਨ ਸਾਹਿਬ ਦੀ ਸਰਕਾਰ ਸੀਗੀ। 3-4 ਕੈਂਡੀਡੇਟ ਇਮੀਡੀਏਟਲੀ ਫੀਲਡ ਵਿੱਚ ਆਏ ਨੇ। ਅਕਾਲੀ ਦਲ ਵੱਲੋਂ ਜਿਹਨਾਂ ਨੂੰ ਦੱਸਿਆ ਮੈਡਮ ਕਮਲਦੀਪ ਜਿਹੜੇ ਨੇ, ਔਰ ਕਾਂਗਰਸ ਵੱਲੋਂ ਗੋਲਡੀ ਸਾਹਿਬ ਨੇ, ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਹੈਗਾ ਉਹਦੇ ਵੱਲੋਂ ਸਿਮਰਜੀਤ ਸਿੰਘ ਜੀ ਮਾਨ ਨੇ, ਔਰ ਬੀਜੇਪੀ ਵੱਲੋਂ ਨਵੇਂ ਕਾਂਗਰਸ ਚੋਂ ਕਨਵਰਟ ਹੋਏ ਜਿਹੜੇ ਸੀਗੇ ਕੇਵਲ ਸਿੰਘ ਢਿੱਲੋਂ। ਇਸ ਨੂੰ ਨਾ ਜੋ ਇਹਦੇ ਤੇ ਅੱਜ ਕੱਲ੍ਹ ਡਿਬੇਟ ਆ ਰਹੀ ਹੈ, ਮੇਰਾ ਥੋੜਾ ਜਿਹਾ ਡਿਫਰੈਂਸ ਆਫ ਓਪੀਨੀਅਨ ਹੈ ਇਹਦੇ ਤੇ, ਕਿ ਜਿਹੜਾ ਕਹਿ ਦੇਣਾ ਜੀ ਵੀ ਇਹ ਲੋਕੀ ਝੋਨਾ ਲਾ ਰਹੇ ਸੀ ਜਾਂ ਗਰਮੀ ਸੀ। ਜੋ ਮੈਂ ਮਹਿਸੂਸ ਕੀਤਾ ਕਿ 3 ਪਾਰਟੀਆਂ ਕੇਡਰ ਬੇਸਡ ਨੇ, ਕਾਂਗਰਸ ਹੈਗੀ ਆ, ਅਕਾਲੀ ਦਲ ਹੈਗਾ ਤੇ ਬੀਜੇਪੀ ਹੈਗਾ। ਕਿਉਂਕਿ ਕੇਡਰ ਬੇਸਡ ਪਾਰਟੀਆਂ ਜਿਹੜੀਆਂ ਸੀਗੀਆਂ ਇਹਨਾਂ 'ਚ ਪਹਿਲਾਂ ਹੀ ਨਿਰਾਸ਼ਾ ਹੈ। ਤਾਂ ਜਿਹੜਾ ਕੇਡਰ ਨੇ ਥੱਲੇ ਕੰਮ ਕਰਨਾ ਸੀਗਾ ਬੂਥ ਦੇ ਉੱਪਰ, ਉਹ ਬਿਲਕੁਲ ਨਹੀਂ ਹੋਇਆ। ਰਹੀ ਆਪ ਦੀ, ਆਪ ਇਜ਼ ਨਾਟ ਕੇਡਰ ਬੇਸਡ ਪਾਰਟੀ। ਆਪ ਨੂੰ ਜਿੰਨੀ ਵੋਟ ਪਈ ਹੈਗੀ ਆ ਉਹ ਇਮੋਸ਼ਨਲ ਵੋਟਸ, ਦੈਟ ਵਾਸ ਸਪੌਂਟੇਨੀਅਸ ਵੋਟਸ, ਕਿ ਅਸੀਂ ਬਦਲਾਅ ਕਰਨਾ ਹੈ। ਤਾਂ ਜਿਹੜੇ ਉਹਨਾਂ ਦੇ ਬੂਥ ਸੀਗੇ ਉਹ ਕਿਉਂਕਿ ਕੇਡਰ ਬੇਸਡ ਨਹੀਂ ਸੀ, ਉਹ ਵੋਟਰਾਂ ਤੱਕ ਨਹੀਂ ਪਹੁੰਚ ਸਕੇ। ਤੇ ਕਿਹੜਾ ਵੋਟਰ ਪਹੁੰਚਿਆ? ਉਹੀ ਵੋਟਰ ਪਹੁੰਚਿਆ ਜਿਹੜਾ ਕਿ ਸਪੌਂਟੇਨੀਅਸਲੀ ਜਿਹਨੂੰ ਲੱਗਦਾ ਸੀਗਾ ਕਿ ਮੈਂ ਵੋਟ ਪਾਉਣੀ ਹੈਗੀ ਆ, ਉਹ ਵੋਟ ਪਾਈ। ਇਹਦੇ 'ਚ ਮੈਨੂੰ ਲੱਗਦਾ ਕਿ ਭਗਵੰਤ ਮਾਨ ਜੀ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੈ, ਕਿਉਂਕਿ ਨਾ ਇੱਕ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਅਗਰ ਵੋਟ ਪਰਸੈਂਟ ਤੁਹਾਨੂੰ ਯਾਦ ਹੋਣਾ ਕਿ 70-72 ਤੱਕ ਗਈ ਹੋਈ ਹੈ। ਹਾਂਜੀ ਬਿਲਕੁਲ। ਐਵਰੇਜ ਵੀ 65% ਦੀ ਵੋਟ, ਬਿਲਕੁਲ, ਤੇ 45% ਤੇ ਆ ਕੇ ਜੇ ਵੋਟ ਖੜਦੀ ਹੈਗੀ ਆ, ਤਾਂ ਇਹਦਾ ਮਤਲਬ ਹੈ ਕਿ ਲੋਕਾਂ ਦਾ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਵਿਸ਼ਵਾਸ ਜਿਹੜਾ ਹੈਗਾ ਉਹ ਪਿੱਛੇ ਜਾ ਰਿਹਾ ਹੈ, ਜਿਹੜਾ ਕਿ ਡੈਮੋਕ੍ਰੇਸੀ ਵਾਸਤੇ ਅੱਛਾ ਨਹੀਂ ਹੈ। ਨਾਟ ਗੁੱਡ ਸਿਗਨਲ। ਡੈਮੋਕ੍ਰੇਸੀ ਦਾ ਹੁਣ ਲੱਗਦਾ ਤਾਂ ਇਹ ਸੀਗਾ ਕਿ ਹੁਣ ਗਵਰਨਮੈਂਟ ਨੂੰ 92 MLA ਮਿਲੇ ਨੇ, ਸਾਰੇ ਮਿਨਿਸਟਰ ਉੱਥੇ ਬੈਠੇ ਨੇ, ਤੇ ਉੱਥੇ 72 ਦੀ ਥਾਂ ਤੇ 75% ਵੋਟ ਪੈਣੀ ਚਾਹੀਦੀ ਸੀ। ਤਾਂ ਇਹ ਮੈਨੂੰ ਲੱਗਦਾ ਕਿ ਸਿਸਟਮ ਦਾ ਇੱਕ ਫੇਲਿਅਰ ਹੈ ਕਿ ਇੱਕ ਤਾਂ ਲੋਕ ਵੋਟਾਂ ਪਾਉਂਦੇ ਨੇ ਬੰਦਿਆਂ ਨੂੰ ਜਿਤਾਉਣ ਦੀ ਖਾਤਰ, ਇੱਕ ਲੋਕ ਜਿਹੜੇ ਸੁਚੇਤ ਹੁੰਦੇ ਨੇ ਉਹ ਡੈਮੋਕ੍ਰੇਸੀ ਨੂੰ ਸਟਰੈਂਥਨ ਕਰਨ ਦੀ ਖਾਤਰ। ਤਾਂ ਮੈਨੂੰ ਲੱਗਦਾ ਕਿ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨ ਵਾਲੇ ਲੋਕ ਜਿਹੜੇ ਹੈਗੇ ਆ ਉਹ ਪਿੱਛੇ ਹੋ ਗਏ। ਕਾਰਨ ਉਹਦਾ ਇਹੀ ਆ ਕਿ ਸਾਰੀ ਪੋਲੀਟੀਕਲ ਕਲਾਸ ਨੇ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਹੁਣ ਤੱਕ ਡਿਫੀਟ ਕੀਤਾ। ਠੀਕ ਹੈ। ਉਹਨਾਂ ਦੇ ਮਨਾਂ ਦੇ ਉੱਪਰ ਸੱਟ ਮਾਰੀ ਆ। ਉਹਨਾਂ ਦੀਆਂ ਮਨਾਂ ਦੀਆਂ ਕਾਂਕਸ਼ਾਂ ਜਿਸ ਦੀ ਖਾਤਰ ਗਵਰਨਮੈਂਟਾਂ ਚੁਣੀਆਂ ਗਈਆਂ, ਇਹ ਮੈਂ ਅੱਜ ਦੀ ਨਹੀਂ ਗੱਲ ਕਰਦਾ, ਪਿਛਲੇ 20 30 40 50 ਸਾਲ ਦੇ ਵਿੱਚ ਉਹ ਇੱਕ ਕਲਾਸ ਸੀ ਜਿਹੜੀ ਡੈਮੋਕ੍ਰੇਸੀ ਨੂੰ ਪਿਆਰ ਕਰਦੀ ਸੀ, ਤੇ ਉਹ ਡੈਮੋਕ੍ਰੇਸੀ ਕਰਕੇ ਵੋਟਾਂ ਪਾਉਂਦੇ ਸੀ। ਸਰਕਾਰਾਂ ਤਾਂ ਬਣਾਉਂਦੇ ਰਹੇ ਉਹ, ਪਰ ਜਦੋਂ ਹੁਣ ਆਹ ਸਥਿਤੀ ਸਾਹਮਣੇ ਆ ਰਹੀ ਆ ਤਾਂ ਇਹ ਬੜਾ ਸਪਸ਼ਟ ਹੈ ਕਿ ਇਹਦੇ 'ਚ ਨਾ ਕੋਈ ਰੋਲ ਹੈਗਾ ਗਰਮੀ ਦਾ, ਇਹ ਨਾ ਰੋਲ ਹੈਗਾ ਝੋਨੇ ਦਾ, ਇਹ ਰੋਲ ਹੈਗਾ ਸਿਸਟਮ ਦੇ ਫੇਲਿਅਰ ਦਾ। ਸਿਸਟਮ ਕਿਹੜਾ? ਪੋਲੀਟੀਕਲ ਸਿਸਟਮ, ਪੋਲੀਟੀਕਲ ਕਲਾਸ ਦਾ ਫੇਲਿਅਰ ਹੈਗਾ। ਇਹਦੇ 'ਚ ਚਾਹੇ ਕਾਂਗਰਸ ਵਾਲੇ ਕੋਈ ਕਹਿੰਦੇ ਹਨ, ਕਾਂਗਰਸ ਵਾਲੇ ਵੀ ਜ਼ਿੰਮੇਵਾਰ ਨੇ, ਅਕਾਲੀ ਦਲ ਵੀ ਜ਼ਿੰਮੇਵਾਰ ਆ, ਬੀਜੇਪੀ ਵੀ ਜ਼ਿੰਮੇਵਾਰ ਆ, ਔਰ ਵੱਧ ਇਸ ਟਾਈਮ ਆਪ ਜ਼ਿੰਮੇਵਾਰ ਹੈ। ਮੇਰਾ ਇਹਦੇ ਤੇ ਇਸ ਤਰ੍ਹਾਂ ਦਾ ਕਮੈਂਟ। ਤੁਸੀਂ ਬਦਲਾਅ ਦੀ ਗੱਲ ਕਰਦੇ ਵੀ ਲੋਕੀ ਬਦਲਾਅ ਚਾਹੁੰਦੇ ਸੀ ਤੇ ਉਹਨਾਂ ਨੇ ਬਦਲਾਅ ਦੇ ਲਈ 92 ਕੈਂਡੀਡੇਟ MLA ਬਣਾਤੇ ਇੱਕੋ ਪਾਰਟੀ ਦੇ, 117 'ਚ 92 'ਚ ਤਾਂ ਭੇਜਤੇ, 25 ਦੂਜਿਆਂ ਦੇ ਹਿੱਸੇ ਆਏ। ਉਹ ਜਿਹੜੇ 92 ਕੁਛ ਨਹੀਂ ਕਰ ਸਕੇ, ਇਹ ਵੀ ਨਹੀਂ ਕਹਿਣਾ ਵਾਜਿਬ ਹੈਗਾ। ਠੀਕ ਹੈ ਜੀ।
ਮੈਂ ਗੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਵੀ ਬਦਲਾਅ ਦੀ ਸੀ, ਤੇ ਬਦਲਾਅ ਉਹਨਾਂ ਨੇ ਬਹੁਤਾ ਫੋਕਸ ਕੀਤਾ ਵੀ ਭ੍ਰਿਸ਼ਟਾਚਾਰ ਜਿਹੜਾ ਉਹ ਇੰਨਾ ਵੱਡੇ ਪੱਧਰ ਤੇ ਫੈਲਿਆ ਹੋਇਆ ਵੀ ਰਾਜਨੀਤਿਕ ਲੋਕ ਵੀ ਭ੍ਰਿਸ਼ਟ ਹੈਗੇ ਆ, ਹਾਂਜੀ ਤੇ ਬਿਊਰੋਕ੍ਰੇਸੀ। ਬਿਊਰੋਕ੍ਰੇਸੀ ਵੀ ਜਿਹੜੀ ਆ, ਅਫਸਰਸ਼ਾਹੀ ਸਾਰੀ ਜਿਹੜੀ ਆ ਉਹ ਭ੍ਰਿਸ਼ਟ ਹੈਗੀ ਆ। ਬਿਲਕੁਲ, ਤੇ ਪੁਲਿਸ ਸਿਸਟਮ ਸਾਰਾ। ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਨਵੀਂ ਬਣੀ ਪੰਜਾਬ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਵਾਲੀ ਪਾਸੇ ਕੰਮ ਕਰਨਾ ਸ਼ੁਰੂ ਕੀਤਾ ਜੀ। ਛੋਟਿਆਂ ਨੂੰ ਨਹੀਂ, ਵੱਡਿਆਂ ਨੂੰ ਫੜਨਾ ਸ਼ੁਰੂ ਕੀਤਾ। ਛੋਟਿਆਂ ਨੂੰ ਕੋਈ ਪਟਵਾਰੀ ਨੂੰ ਫੜ ਲਿਆ, ਕਿਸੇ ਕਾਨੂੰਨ ਪੁਲਿਸ ਵਾਲੇ ਹੌਲਦਾਰ ਨੂੰ ਫੜ ਲਿਆ, ਕਿਸੇ ਸਿਪਾਹੀ ਨੂੰ ਫੜ ਲਿਆ। ਹੈ ਇਦਾਂ ਕਰਕੇ ਛੋਟੇ ਮੋਟੇ ਕੰਮ ਨਹੀਂ ਕੀਤੇ, ਉਹਨਾਂ ਨੇ ਵੱਡਿਆਂ ਨੂੰ ਹੱਥ ਪਾਇਆ। ਜੀ। ਆਈਐਸ ਅਫਸਰ ਇੱਕ ਜੀ ਸੰਜੇ ਪੋਪਲੀ, ਹਾਂ। ਇਹਨਾਂ ਦਿਨਾਂ 'ਚ ਬੜੇ ਮਸ਼ਹੂਰ ਹੈ, ਹਾਂਜੀ। ਹੋਏ ਹੋਏ ਚਰਚਾ ਦੇ ਵਿੱਚ ਹੈਗੇ। ਉਹਨਾਂ ਤੇ ਜਦੋਂ ਹੱਥ ਪਾਇਆ ਵਿਜੀਲੈਂਸ ਨੇ, ਤੇ ਉਹ ਤਾਂ ਅੱਖਾਂ ਖੁੱਲ੍ਹਣ ਵਾਲੀਆਂ ਰਿਪੋਰਟਾਂ ਸਾਹਮਣੇ ਆਈਆਂ ਜੀ। ਕਿ ਇੰਨੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋ ਸਕਦਾ, ਤੇ ਐਡੇ ਵੱਡੇ ਭ੍ਰਿਸ਼ਟਾਚਾਰੀ ਜਿਹੜੇ ਆ ਉਹ ਸੱਤਾ ਦੇ ਉੱਤੇ ਕਾਬਜ ਹੈਗੇ ਆ। ਇਹਨਾਂ ਦੇ ਚੁੰਗਲ ਵਿੱਚੋਂ ਸੱਤਾ ਕੱਢਣੀ ਤਾਂ ਬਹੁਤ ਜ਼ਰੂਰੀ ਹੈ। ਇਹ ਗੱਲ ਨੇ ਇਲੈਕਸ਼ਨਾਂ ਦੇ ਵਿੱਚ ਕੋਈ ਕਾਰਗਰ ਕੰਮ ਨਹੀਂ ਕੀਤਾ ਇਹ ਸੰਜੇ ਪੋਪਲੀ ਨੂੰ ਫੜਨ ਦੇ ਵਿੱਚ। ਠੀਕ। ਪਰ ਸੰਜੇ ਪੋਪਲੀ ਦਾ ਘਰੋਂ ਜੋ ਫੜਿਆ ਗਿਆ, ਹਾਂਜੀ। ਉਹ ਕਿੱਦਾਂ ਲੱਗਦਾ ਕਿ ਇਹਦੇ ਨਾਲ ਸਰਕਾਰ ਦਾ ਹੌਸਲਾ ਵਧੂਗਾ ਕਿ ਅਸੀਂ ਹੋਰ ਵੀ ਫੜੀਏ। ਇਹ ਤਾਣਾ ਬਾਣਾ ਇੰਨਾ ਉਲਝਿਆ ਹੋਇਆ, ਇੱਕ ਸੰਜੇ ਨਹੀਂ ਆ, ਕਈ ਸੰਜੇ ਹੋ ਸਕਦੇ ਆ। ਦੂਜਾ ਇੱਕ ਪੱਖ ਇਹਦੇ 'ਚ ਹੋਰ ਸੀ ਜੀ, ਜਦੋਂ ਕੋਈ ਗਲਤ ਕਮਾਈ, ਮਾੜੀ ਕਮਾਈ, ਕਾਲੀ ਕਮਾਈ, ਪੁੱਠੇ ਕੰਮਾਂ ਦੀ ਕਮਾਈ ਘਰਾਂ 'ਚ ਆਉਂਦੀ ਹੈ, ਤੇ ਅਸੀਂ ਘਰ ਵਾਲੇ ਜਿਹੜੇ ਆ ਉਹ ਕਿਵੇਂ ਇਸ ਗੱਲ ਨੂੰ ਇੰਜੋਏ ਕਰਦੇ ਆ ਕਿ ਸਾਡੇ ਕੋਲ ਪੈਸੇ ਆ। ਬਿਲਕੁਲ ਠੀਕ ਹੈ। ਠੀਕ ਹੈ ਜੀ। ਜਦੋਂ ਫੜੀ ਜਾਂਦੀ ਹੈ ਤਾਂ ਅਸੀਂ ਖੁਦਕੁਸ਼ੀ ਕਰਦੇ। ਸੰਜੇ ਪੋਪਲੀ ਦੇ ਮੁੰਡੇ ਨੇ ਖੁਦਕੁਸ਼ੀ ਕਰ ਲਈ। ਠੀਕ ਹੈ ਜੀ। ਭਾਵੇਂ ਉਹ ਦੂਜੀਆਂ ਪਾਰਟੀਆਂ ਜਿਹੜੀਆਂ ਉਹ ਕਹਿੰਦੀਆਂ ਜੀ ਵਿਜੀਲੈਂਸ ਦੀ ਮੌਜੂਦਗੀ 'ਚ ਇੱਦਾਂ ਹੋਇਆ, ਜੇ ਹੋਇਆ ਉਹ ਹੋਇਆ, ਹਾਲਾਂਕਿ ਨਹੀਂ, ਉਹ ਕਿਸੇ ਹੋਟਲ 'ਚ ਪਾਰਟੀ ਪੂਰਟੀ ਚੱਲਦੀ ਪਈ ਸੀ, ਉੱਥੇ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈਗੀ ਹੈ। ਇੱਕ ਮਾਂ ਦਾ ਪੁੱਤਰ ਚਲਾ ਗਿਆ, ਮਾੜੀ ਗੱਲ ਹੈ, ਬਹੁਤ ਦੁੱਖ ਵਾਲੀ ਗੱਲ ਹੈ। ਦੁੱਖ ਵਾਲੀ ਗੱਲ। ਪਰ ਇਹ ਭ੍ਰਿਸ਼ਟ ਸਿਸਟਮ ਦੇ ਵਿੱਚ ਉਹ ਪੁੱਤਰ ਨੂੰ ਪਹਿਲਾਂ ਹੀ ਪਤਾ ਹੀ ਹੋਊਗਾ ਕਿ ਮੇਰਾ ਬਾਪ ਕੀ ਕਰਦਾ। ਆਈਐਸ ਅਫਸਰ ਤੇ ਇੰਨਾ ਘਰੋਂ ਸੋਨੇ ਦੀਆਂ ਇੱਟਾਂ ਨਿਕਲੀਆਂ ਹੈਗੀਆਂ, ਜੇ ਇੰਨੀ ਕਰੰਸੀ ਘਰ ਪਈ, ਜੇ ਇੰਨੀ ਸਾਡੀ ਜਾਇਦਾਦ ਕਿੱਦਾਂ ਰਾਤੋਂ ਰਾਤ ਬਣ ਗਈ। ਇਹ ਤੁਹਾਡਾ ਧਿਆਨ ਮੰਗਦੀ ਜੀ ਖਬਰ। ਐਮਪੀ ਸਿੰਘ ਜੀ, ਬਿਲਕੁਲ ਤੁਸੀਂ ਨਾ ਇਸ ਗੱਲ ਨੂੰ ਫੋਕਸ ਕਰ ਰਹੇ ਹੋ ਕਿ ਸੁਸਾਇਟੀ ਵਿੱਚ ਕਰਪਸ਼ਨ, ਔਰ ਉਸ ਕਰਪਸ਼ਨ ਨੂੰ ਇੰਜੋਏ ਕਰਨਾ ਤੇ ਉਸ ਕਰਪਸ਼ਨ ਨੂੰ ਰਿਜੈਕਟ ਕਰਨਾ। ਮੈਂ ਨਾ ਭਗਵੰਤ ਸਿੰਘ ਮਾਨ ਜੋ ਚੀਫ ਮਿਨਿਸਟਰ ਨੇ, ਮਾਨ ਸਾਹਿਬ, ਉਹਨਾਂ ਦੀ ਬਜਟ ਦੇ ਵਿੱਚ ਇਸ ਗੱਲ ਸੁਣ ਰਿਹਾ ਸੀਗਾ ਕਿ ਅਸੀਂ ਕਰਪਸ਼ਨ ਰਹਿਣ ਨਹੀਂ ਦਿਆਂਗੇ। ਇਹ ਗੱਲ ਉਹਨਾਂ ਨੇ ਕਹੀ ਹੈਗੀ ਆ। ਮੈਨੂੰ ਲੱਗਦਾ ਕਿ ਪਹਿਲੀ ਵਾਰੀ ਕੋਈ ਚੀਫ ਮਿਨਿਸਟਰ ਵਿਦ ਕਨਵਿਕਸ਼ਨ, ਸਟੇਟਮੈਂਟ ਦੇਣੀ ਹੋਰ ਚੀਜ਼ ਹੁੰਦੀ ਆ, ਵਿਦ ਕਨਵਿਕਸ਼ਨ ਇਹ ਗੱਲ ਕਹਿ ਰਹੇ ਨੇ ਔਨ ਦੀ ਫਲੋਰ ਆਫ ਹਾਊਸ। ਔਰ ਇਹ ਬੜੀ ਸੀਕ੍ਰੇਟ ਸਟੇਟਮੈਂਟ ਹੁੰਦੀ ਆ ਕਿ ਅਸੀਂ ਜਿਹੜਾ ਕਰਪਸ਼ਨ ਹੈਗੀ ਆ ਉਹ ਪੰਜਾਬ ਵਿੱਚੋਂ ਕੱਢ ਦਿਆਂਗੇ। ਤਾਂ ਮੈਨੂੰ ਲੱਗਦਾ ਪਾਲਿਸੀ ਡਾਇਰੈਕਸ਼ਨ ਜਿਹੜੀ ਹੈਗੀ ਆ ਚੀਫ ਮਿਨਿਸਟਰ ਆਫਿਸ ਦੀ ਜਿਹੜੀ ਹੈਗੀ ਆ, ਇਹ 100% ਕਰੈਕਟ ਹੈਗੀ ਆ ਇਸ ਟਾਈਮ। ਦਿਸ ਇਜ਼ ਮੈਸੇਜ ਟੂ ਬਿਊਰੋਕ੍ਰੇਸੀ ਐਂਡ ਮੈਸੇਜ ਟੂ ਦੀ ਸੋਸਾਇਟੀ ਕਿ ਅਸੀਂ ਇੱਥੇ ਨਹੀਂ ਰਹਿ ਦਿਆਂਗੇ। ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਵੀ ਕਾਫੀ ਇਹਨਾਂ ਨੇ ਆਪਦੇ ਮਿਨਿਸਟਰ ਵੀ ਜਿਹੜੇ ਫੜ ਕੇ ਅੰਦਰ ਦਿੱਤੇ ਹੈਗੇ। ਧਰਮਸੋਤ ਜੀ ਕਾਂਗਰਸ ਦੇ ਮਿਨਿਸਟਰ ਸੀਗੇ, ਉਹ ਅੰਦਰ ਦਿੱਤੇ ਹੈਗੇ ਨੇ। ਜੋਗਿੰਦਰਪਾਲ MLA ਜਿਹੜੇ ਨੇ ਉਹਨਾਂ ਨੂੰ ਵੀ ਅੰਦਰ ਦਿੱਤਾ ਹੈਗਾ। ਇਹ ਬਿਲਕੁਲ ਠੀਕ ਆ ਕਿ ਕਰਪਸ਼ਨ ਨੂੰ ਜੇ ਤੁਸੀਂ ਸਿੰਘਾਂ ਤੋਂ ਫੜੋਗੇ ਨਾ, ਫਿਰ ਥੱਲਿਓਂ ਹਟੂਗੀ। ਠੀਕ ਹੈ। ਤਾਂ ਉਹਨਾਂ ਨੇ ਇਹਨੂੰ ਨਾ ਸਿੰਘਾਂ ਤੋਂ ਫੜਨ ਦੀ ਕੋਸ਼ਿਸ਼ ਕੀਤੀ ਹੈਗੀ ਆ, ਤਾਂ ਕਿ ਇਹ ਚਾਰਜ ਨਾ ਹੋਵੇ ਜੀ ਪਟਵਾਰੀ ਫੜ ਲਿਆ ਜੀ। ਦੂਸਰੀ ਗੱਲ ਜਿਹੜੀ ਤੁਸੀਂ ਨਾ ਪੋਪਲੀ ਸਾਹਿਬ ਵਾਲੀ ਗੱਲ ਕੀਤੀ ਹੈਗੀ ਆ ਕਿ ਪਿੱਛੇ ਜੇ ਇਹਨਾਂ ਨੂੰ ਅਰੈਸਟ ਕੀਤਾ ਪੋਪਲੀ ਸਾਹਿਬ ਨੂੰ, ਇਹ PCS ਤੋਂ ਪ੍ਰਮੋਟ ਹੋ ਕੇ IAS ਹੋਏ ਨੇ। ਠੀਕ। ਮੈਂ ਪੜ੍ਹ ਰਿਹਾ ਸੀ ਕਿ ਸ਼ਾਇਦ ਇਹਨਾਂ ਨੂੰ ਕਿਸੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਵੀ ਨਹੀਂ ਲਾਇਆ ਗਿਆ, ਕਿਉਂਕਿ ਉਹਦੇ ਲਾਉਣ ਵਾਸਤੇ ਵੀ ਕ੍ਰੈਡੀਬਿਲਿਟੀ, ਇੰਟੀਗ੍ਰਿਟੀ 100 ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਮੈਂ ਨਾ ਅੱਜ ਫੇਸਬੁੱਕ ਤੇ ਪੋਸਟ ਦੇਖ ਰਿਹਾ ਸੀ ਕਿਸੇ ਬੰਦੇ ਦੀ। ਅੱਛਾ ਜੀ। ਕੋਈ ਬੰਦਾ ਆਇਆ, ਉਹ ਕਹਿੰਦਾ ਵੀ ਸਾਡੀ ਜ਼ਮੀਨ ਜਿਹੜੀ ਹੈਗੀ ਆ ਇਹ ਗਵਰਨਮੈਂਟ ਨੇ ਟੇਕ ਓਵਰ ਕੀਤੀ ਕਿਸੇ ਪ੍ਰੋਜੈਕਟ ਵਾਸਤੇ। ਕਹਿੰਦਾ ਪੋਪਲੀ ਸਾਹਿਬ ਉਹਦੇ ਕਲੈਕਟਰ ਸੀਗੇ। ਅੱਛਾ ਜੀ। ਤੇ ਉਹ ਚੈੱਕ ਲੈ ਕੇ ਆਏ, ਜਿਹੜੇ ਛੋਟੇ ਛੋਟੇ ਚੈੱਕ ਸੀ ਉਹ ਲੋਕਾਂ ਨੂੰ ਦੇ ਦਿੱਤੇ। ਕਹਿੰਦਾ ਸਾਡੀਆਂ ਜ਼ਮੀਨਾਂ ਜ਼ਿਆਦਾ ਸੀਗੀਆਂ, ਸਾਨੂੰ ਕਹਿੰਦੇ ਤੁਸੀਂ ਚੰਡੀਗੜ੍ਹ ਆ ਜਾਓ। ਅੱਛਾ ਜੀ। ਕਹਿੰਦੇ ਜੀ, ਮੈਂ ਕਹਿੰਦਾ ਉਦੋਂ ਸਕੂਲ 'ਚ ਪੜ੍ਹਦਾ ਸੀ। ਕਹਿੰਦਾ ਮੇਰੇ ਚਾਚੇ, ਮੇਰੇ ਦਾਦੇ, ਮੇਰੇ ਤਾਏ ਰੋਜ਼ ਜਾਣ ਤੇ ਸ਼ਾਮ ਨੂੰ ਖਾਲੀ ਹੱਥ ਆ ਜਾਣ। ਉਹ ਕਹਿੰਦਾ ਵੀ ਉਸ ਟਾਈਮ ਕਹਿੰਦਾ ਵੀ ਪੋਪਲੀ ਸਾਹਿਬ ਇਹ ਗੱਲ ਕਹਿੰਦੇ ਬਾਹਰ ਖੜੇ ਬੰਦਿਆਂ ਨੂੰ 9 ਵਜੇ ਕਹਿੰਦੇ ਬੁਲਾ ਲੈਂਦੇ ਸੀ, ਤੇ 5 ਵਜੇ ਦਫ਼ਤਰ ਤੇ ਜਾਂਦੇ ਵਾਪਸ ਜਾਂਦੇ ਕਹਿੰਦੇ ਸੀਗੇ ਵੀ ਤੁਸੀਂ ਮੇਰੇ ਦਫ਼ਤਰ ਨੂੰ ਨਾ ਪਿੰਡ ਦਾ ਮਾਹੌਲ ਨਾ ਬਣਾਓ। ਅੱਛਾ ਜੀ। ਚੰਡੀਗੜ੍ਹ ਦੇ ਵਿੱਚ। ਤੇ ਕਹਿੰਦਾ ਵੀ ਮੈਂ ਅੱਜ ਜਦੋਂ ਕਹਿੰਦੇ ਹੁੰਦੇ ਵੀ
ਜਸਟਿਸ ਮਿਲਦਾ ਹੈਗਾ। ਕਹਿੰਦਾ ਮੈਨੂੰ ਉਹ ਯਾਦ ਆਉਂਦਾ, ਕਹਿੰਦਾ ਮੈਂ ਉਦੋਂ ਸਕੂਲ ਜਾਂਦਾ ਸੀ। ਤਾਂ ਜ਼ਿਮੀਂਦਾਰਾਂ ਦੀ ਕਿੰਨੀ ਪੇਨ ਹੋਊਗੀ ਇਹਦੇ ਵਿੱਚ ਕਿ 5 ਦਿਨ ਤੁਸੀਂ ਆਪਦੇ ਚੈੱਕ ਲੈਣ ਦੀ ਖਾਤਰ ਤੁਸੀਂ ਉੱਥੇ ਰੁਲਦੇ ਹੋ। ਇਹਦਾ ਮਤਲਬ ਕਿ ਕ੍ਰੈਡੀਬਿਲਿਟੀ ਤੇ ਇੰਟੀਗ੍ਰਿਟੀ ਤਾਂ ਡਾਊਟਫੁਲ ਹੈ ਨਾ। ਬਿਲਕੁਲ ਇਹ ਵੱਖਰੀ ਗੱਲ ਹੈ ਵੀ ਉਦੋਂ ਨਹੀਂ ਇਹ ਤਾਂ ਬਿਊਰੋਕ੍ਰੇਸੀ ਦੇ ਵਿੱਚ ਨਾ ਬਹੁਤ ਕਰਪਸ਼ਨ ਹੈ, ਇਹ ਕੋਈ ਦੋ ਰਾਵਾਂ ਨਹੀਂ ਹੈਗੀਆਂ। ਦੇयर इज ਗ੍ਰੇਟ ਨੈਕਸਸ ਬਿਟਵੀਨ ਦੀ ਮਿਨਿਸਟਰਸ ਐਂਡ ਦੀ ਬਿਊਰੋਕ੍ਰੇਸੀ। ਹਾਂਜੀ ਹਾਂਜੀ ਬਿਲਕੁਲ। ਔਰ ਇਹ ਸਾਰੇ ਨੈਕਸਸ ਦੇ ਵਿੱਚ ਜਿਹੜਾ ਬੰਦਾ ਇਨਵੋਲਵ ਹੋ ਜਾਂਦਾ ਨਾ ਉਹ ਫਿਰ ਉਹਦੇ 'ਚ ਨਿਕਲਦਾ ਨਹੀਂ ਹੈਗਾ। ਇਹ ਬਹੁਤ ਵੱਡਾ ਨੈਕਸਸ, ਇਹ ਅੱਜ ਦਾ ਨਹੀਂ ਹੈਗਾ ਕਿ ਓਵਰਨਾਈਟ ਨਹੀਂ ਬਣਿਆ। ਉਸ ਨੈਕਸਸ ਦੇ ਵਿੱਚ ਕੋਈ ਗੈਂਗਸਟਰ ਬਣੇ ਨੇ ਆਪਦੀ ਪ੍ਰੋਟੈਕਸ਼ਨ ਵਾਸਤੇ, ਪੋਲੀਟੀਸ਼ੀਅਨਸ ਨੇ ਰੱਖ ਲਏ। ਈਵਨ ਬਿਊਰੋਕ੍ਰੇਸੀ ਦੇ ਵਿੱਚ ਵੀ ਦੇयर ਆਰ ਲਿੰਕਸ। ਤੁਸੀਂ ਦੇਖੋਗੇ ਨਾ, ਆ ਦੇਖ ਰਹੇ ਸੀ ਕਿ ਇੱਕ ਬੰਦੇ ਨੂੰ ਜਿਹਦਾ ਪੁਲਿਸ ਵੈਰੀਫਿਕੇਸ਼ਨ ਹੋਈ ਆ, ਪੁਲਿਸ ਇਨਵੋਲਵ ਹੈ। 2017 ਦੇ ਵਿੱਚ ਉਹਦਾ ਪਾਸਪੋਰਟ ਜਿਹੜਾ ਹੈਗਾ ਉਹਦਾ ਸਾਰਾ ਉਸਨੂੰ ਕਲੀਅਰੈਂਸ ਦਿੱਤੀ ਹੈਗੀ ਤੇ ਬੰਦਾ ਭੱਜ ਗਿਆ। ਬਿਲਕੁਲ। ਤਾਂ ਪੁਲਿਸ ਵੀ ਇਨਵੋਲਵ ਹੈਗੀ ਆ। ਤਾਂ ਮੈਨੂੰ ਲੱਗਦਾ ਕਿ ਮਾਨ ਸਾਹਿਬ ਨੂੰ ਸਪੋਰਟ ਮਿਲਣੀ ਚਾਹੀਦੀ ਇਸ ਇਸ਼ੂ ਦੇ ਉੱਪਰ ਕਿ ਤੁਸੀਂ ਜੇ ਲੜ ਰਹੇ ਹੋ ਤੇ 5 ਸਾਲ ਦੇ ਵਿੱਚ ਅਗਰ ਜੇ ਖਤਮ ਹੋ ਜਾਂਦੀ ਆ ਤਾਂ ਆਉਣ ਵਾਲੇ 20-30 ਸਾਲ ਸਾਡੇ ਜਿਹੜੇ ਪੰਜਾਬ ਦੇ, ਚਲੋ ਸ਼ੁਰੂਆਤ ਹੀ ਅਜੇ ਮੰਨ ਲਓ 5 ਸਾਲਾਂ 'ਚ ਹੋ ਸਕਦਾ ਨਾ ਹੀ ਖਤਮ ਹੋਵੇ। ਨਹੀਂ, ਸ਼ੁਰੂਆਤ ਤਾਂ ਚੰਗੀ ਰਹੀ। ਮੈਂ ਬਹੁਤ ਆਸ਼ਾਵੰਦ ਹਾਂ ਇਸ ਮਾਮਲੇ ਦੇ ਵਿੱਚ, ਕਿਉਂਕਿ ਜਿਹੜਾ ਰਾਹ ਉਹਨਾਂ ਨੇ ਫੜਿਆ ਨਾ ਮਾਨ ਸਾਹਿਬ ਨੇ, ਕਿਉਂਕਿ ਆਪ ਬੇਦਾਗ ਨੇ। ਜੇ ਤਾਂ ਬੰਦਾ ਹੋਵੇ ਦਾਗੀ ਤਾਂ ਉਹਨੂੰ ਚਿੰਤਾ ਹੁੰਦੀ ਆ ਵੀ ਈਡੀ ਦੇ ਰੇਡ ਹੋ ਜਾਣਗੇ ਮੇਰੇ ਤੇ, CBI ਦੇ ਰੇਡ ਹੋ ਜਾਣਗੇ। ਤੇ ਜਿਹੜਾ ਬੰਦਾ ਸਾਫ਼ ਹੋਵੇ ਨਾ, ਤੇ ਬਾਹਲੇ MLA ਉਹਨਾਂ ਨਾਲ ਸਾਫ਼ ਹੀ ਹੈ। ਠੀਕ ਠੀਕ, ਉਹਨਾਂ ਨੂੰ ਮੌਕਾ ਨਹੀਂ ਮਿਲਿਆ ਹਜੇ। ਠੀਕ ਠੀਕ। ਚਲੋ ਤੁਸੀਂ ਗੱਲ ਕੀਤੀ ਸੀਗੀ ਵੀ ਰਾਤੋਂ ਰਾਤ ਜਿਹੜੇ ਲੋਕ ਇਸ ਤਰੀਕੇ ਨਾਲ ਹੁੰਦੇ ਆ। ਇੱਕ ਗੌਤਮ ਅਡਾਨੀ ਦੀ ਗੱਲ ਕਰ ਲਈਏ ਜੀ। ਗੌਤਮ ਅਡਾਨੀ ਦਾ ਵੈਸੇ ਮੈਂ ਨਾਂ ਪਹਿਲਾਂ ਕਦੇ ਨਹੀਂ ਸੁਣਿਆ ਸੀ, ਐਵੇਂ ਤੁਹਾਨੂੰ ਗੁਜਰਾਤ ਤੋਂ ਨੇ ਉਹ। ਇਹ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਨਾ ਜੀ, ਉਦੋਂ ਪਤਾ ਲੱਗਾ ਕਿ ਗੌਤਮ ਅਡਾਨੀ ਕੌਣ ਆ। ਅੰਬਾਨੀ ਦਾ ਨਾਂ ਤਾਂ ਕਾਫੀ ਦੇਰ ਪਹਿਲਾਂ ਸੁਣਿਆ ਸੀਗਾ। ਤੇ ਗੌਤਮ ਅਡਾਨੀ ਸਾਹਿਬ ਜਿਹੜੇ ਜੀ ਉਹ ਕੱਲ ਨੂੰ ਨਹੀਂ ਅੱਜ 60 ਸਾਲਾਂ ਦੇ ਹੋ ਗਏ। ਹਾਂਜੀ। ਮੈਂ ਤਾਂ ਨਹੀਂ ਸਮਝਦਾ ਕੋਈ ਬਹੁਤੀ ਵੱਡੀ ਉਮਰ ਹੈਗੀ ਹੈ। ਉਂਝ ਚਰਚਾ ਦੇ ਵਿੱਚ ਜਦੋਂ ਆਏ ਆ ਲੋਕਾਂ ਦੇ ਵਿੱਚ, ਉਹਨੂੰ ਬਹੁਤਾ ਟਾਈਮ ਨਹੀਂ ਹੋਇਆ। ਅਜੇ ਦੋਨੋਂ ਗਰੁੱਪ 2010-11 'ਚ ਨਹੀਂ ਜੀ, 2010 ਨਾ 91-92 ਦੇ ਵਿੱਚ ਇਹਨਾਂ ਦਾ ਨਾਂ ਆਉਣਾ ਸ਼ੁਰੂ ਹੋਇਆ। ਉਸ ਤੋਂ ਬਾਅਦ ਪਤਾ ਲੱਗਾ ਜੀ, ਗੌਤਮ ਅਡਾਨੀ ਸਾਹਿਬ ਕਹਿੰਦੇ ਕਿ ਮੈਂ ਆਪਦੇ 60ਵੇਂ ਜਨਮ ਦਿਨ ਦੇ ਉੱਤੇ 60,000 ਕਰੋੜ 60 ਕਰੋੜ ਨਹੀਂ ਕੱਲੇ ਜੀ, ਨਾ ਕੱਲੇ 60,000 60,000 ਕਰੋੜ ਰੁਪਈਆ ਜਿਹੜਾ ਉਹ ਮੈਂ ਦਾਨ ਕਰਨਾ। ਹੁਣ 60,000 ਕਰੋੜ ਤਾਂ ਬਣਾ ਲਈ ਹੋ, ਕੈਲਕੂਲੇਸ਼ਨ ਕਰ ਲਈ ਹੋ, $7.7 ਬਿਲੀਅਨ ਬਣਦੇ ਜੀ। ਤੇ ਦੁਨੀਆ 'ਚ 8ਵੇਂ ਨੰਬਰ ਦੇ ਅਮੀਰ ਆਦਮੀ ਹੈ। ਇਹ ਵੀ ਤਾਂ ਰਾਤੋਂ ਰਾਤ ਹੀ ਅਮੀਰ ਬਣੇ ਹੋਣਗੇ। ਅਮੀਰ ਆਪਾਂ ਤਾਂ ਬਣੇ ਨਹੀਂ, ਇਸ ਕਰਕੇ ਆਪਾਂ ਨੂੰ ਤਰੀਕੇ ਨਹੀਂ ਆਉਂਦੇਗੇ। ਤੇ ਜਿਹੜਾ ਬੰਦਾ ਨਾ ਕਾਰਪੋਰੇਟ ਦਾ ਹੈ, ਉਹ ਕੋਈ ਐ ਨਹੀਂ ਹੈ ਵੀ ਉਹ ਕੋਈ ਆਪਦੀ ਮਿਹਨਤ ਨਾਲ ਅਮੀਰ ਬਣਦਾ ਹੈਗਾ। ਇਹ ਸਿਸਟਮ ਹੈਗਾ। ਉਸਨੇ ਸਿਸਟਮ ਨੂੰ ਬ੍ਰੇਕ ਕਰ ਲਿਆ ਹੁੰਦਾ ਤੇ ਸਿਸਟਮ ਨੂੰ ਆਪਦੇ ਫੇਵਰ ਵਿੱਚ ਕਰ ਲਿਆ ਹੁੰਦਾ ਤੇ ਉਹ ਅਮੀਰ ਹੋ ਜਾਂਦਾ। ਬਿਲਕੁਲ ਤੁਹਾਡੀ ਗੱਲ ਠੀਕ। ਬੰਦਾ ਆਪਦੀ ਕਿਰਤ ਦੇ ਨਾਲ ਕਦੇ ਅਮੀਰ ਨਹੀਂ ਹੁੰਦਾ। ਕਿਰਤ ਦੇ ਨਾਲ ਤਾਂ ਆਨਰੇਬਲ ਲਾਈਫ ਕੱਟਦਾ ਹੈਗਾ। ਤੇ ਜੇ ਤੁਸੀਂ ਕਾਰਪੋਰੇਟ ਦੀ ਵਰਕਿੰਗ ਦੇਖੋਗੇ ਤਾਂ ਕਾਰਪੋਰੇਟ ਨੇ ਜਿਹੜਾ ਸਿਸਟਮ ਹੁੰਦਾ ਉਹ ਕੈਪਚਰ ਕੀਤਾ ਹੁੰਦਾ। ਤੇ ਜਦੋਂ ਸਿਸਟਮ ਤੁਸੀਂ ਕੈਪਚਰ ਕਰ ਲਿਆ ਤੇ ਵੈਲਥ ਜਿਹੜੀ ਹੈਗੀ ਆ ਉਹ ਤੁਹਾਡੇ ਕੋਲ ਹੀ ਆਉਂਦੀ। ਮਤਲਬ ਲੋਕਾਂ ਦਾ ਖੂਨ ਹੀ ਨਿਚੋੜਿਆ ਹੋਇਆ, ਸਿੱਧੀ ਜੀ ਗੱਲ। ਚਲੋ ਤੁਸੀਂ ਇਹ ਸ਼ਬਦ ਵਰਤ ਲਓ। ਠੀਕ, ਹੱਕ ਹਲਾਲ ਦੀ ਕਮਾਈ ਨਹੀਂ ਹੈ। ਕਿਰਤ ਜਿਹੜੀ ਹੈਗੀ ਆ ਨਾ, ਉਹ ਇੰਨਾ ਅਮੀਰ ਨਹੀਂ ਕਿਸੇ ਨੂੰ ਕਰ ਸਕਦੀ। ਕਿਰਤ ਅਮੀਰ ਨਹੀਂ ਕਰ ਸਕਦੀ, ਇਹਦਾ ਮਤਲਬ ਇਹ ਕਿਰਤ ਦਾ ਪੈਸਾ ਨਹੀਂ ਹੈਗਾ। ਨਹੀਂ, ਕਿਰਤ ਵਾਲੇ ਲੋਕ ਕਿਰਤੀਆਂ ਦਾ, ਕਿਰਤ ਵਾਲੇ ਲੋਕਾਂ ਦਾ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਆ ਕਿਰਤ ਕਰਦੇ। ਹਾਂਜੀ, ਦੂਰੋਂ ਪਤਾ। ਬਹੁਤ ਮਿਨਿਸਟਰ ਵੀ ਤੁਸੀਂ ਦੇਖੋਗੇ ਛੋਟੇ ਬੰਗਲੇ ਉਹਨਾਂ ਦੇ ਕੋਲੇ, ਤੇ ਉਹਦੇ ਮੁਕਾਬਲੇ ਸੁਖ ਵਿਲਾ ਵੀ ਬਣੇ ਹੋਏ ਨੇ। ਇਹ ਬਿਨਾਂ ਕਿਰਤ ਤੋਂ ਤੇ ਕਿਰਤ ਦੇ ਨਾਲ ਫਰਕ ਤਾਂ ਹੈਗਾ। ਚਲੋ ਇਹ ਤਾਂ ਸੀਗੀ ਜੀ ਵੀ ਅੱਜ ਉਹਨਾਂ ਦਾ ਜਨਮ ਦਿਨ ਆ। ਇਹ ਸਾਡੇ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਆ ਉਹਨਾਂ ਦੇ ਜਨਮ ਦਿਨ ਦੀ। ਇੱਕ ਦਿਨ ਕੱਲ ਨੂੰ ਆਉਣਾ ਜਿਹੜਾ ਜੀ ਉਹ ਬੜਾ ਇੰਪੋਰਟੈਂਟ ਹੈ। ਉਹ ਜੀ 25 ਜੂਨ ਹੈ। 25 ਜੂਨ 1975 ਨੂੰ। ਆਪਾਂ ਛੋਟੇ ਤਾਂ ਨਹੀਂ ਸੀ ਹੁੰਦੇ, ਪਤਾ ਹੀ ਹੁੰਦਾ ਸੀ ਆਪਾਂ ਨੂੰ ਸਾਰਾ ਕੁਝ। ਉਦੋਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਸੀ। ਹਾਂਜੀ। ਉਦੋਂ ਐਮਰਜੈਂਸੀ ਲੱਗੀ ਦੇਸ਼ ਵਿੱਚ ਜੀ। ਐਮਰਜੈਂਸੀ ਦਾ ਨਾਂ ਹੀ ਲੋਕਾਂ ਨੇ ਪਹਿਲੀ ਵਾਰੀ ਸੁਣਿਆ ਜੀ। ਤੇ ਜਿੰਨੇ ਵੀ ਵੱਡੇ ਲੀਡਰ ਸੀਗੇ ਆਪੋਜੀਸ਼ਨ ਪਾਰਟੀਆਂ ਦੇ, ਉਹ ਫੜ ਕੇ ਅੰਦਰ ਕਰਤੇ ਰਾਤੋਂ ਰਾਤ ਸਾਰੇ। ਹਾਂਜੀ, ਚੁੱਕ ਲਏ। ਐਡਾ ਜਾਲ ਬੁਣਿਆ, ਚੱਕ ਕੇ ਅੰਦਰ ਸੁੱਟ ਦਿੱਤੇ। ਉਂਝ ਆਪੋਜੀਸ਼ਨ ਉਦੋਂ ਬਾਅਦ ਸਟਰੋਂਗ ਹੋਈ, ਪਰ ਭਾਵੇਂ ਖਿਲਰ ਗਈ ਸੀ, ਦੀ ਵੱਖਰੀ ਗੱਲ ਹੈ। ਪਰ ਉਹ ਕਿਹੜੇ ਹਾਲਾਤ ਸੀ ਜੀ ਜਦੋਂ ਐਮਰਜੈਂਸੀ ਲਾਉਣੀ ਪਈ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ? ਦੇਖੋ, ਪਹਿਲਾਂ ਤਾਂ ਇਹ ਜਿਹੜੀ ਐਮਰਜੈਂਸੀ ਆ, ਦਿਸ ਇਜ਼ ਦੀ ਡਾਰਕੈਸਟ ਪੀਰੀਅਡ ਆਫ ਇੰਡੀਅਨ ਡੈਮੋਕ੍ਰੇਸੀ ਐਂਡ ਇੰਡੀਅਨ ਫਰੀडम ਸਟਰਗਲ। ਜਿੰਨੀ ਸਟਰਗਲ ਦੇ ਨਾਲ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ,
ਆਜ਼ਾਦੀ ਦੀ ਖਾਤਰ। ਤੇ ਉਸ ਆਜ਼ਾਦੀ ਦੇ ਉੱਪਰ ਤੁਸੀਂ ਇੱਕ ਕਾਲਾ ਧੱਬਾ ਲਾਉਣ ਜਾ ਰਹੇ ਹੋ। ਲੋਕਾਂ ਨੇ ਤਾਂ ਤੁਹਾਨੂੰ ਪ੍ਰਾਈਮ ਮਿਨਿਸਟਰ ਬਣਾਇਆ ਹੈਗਾ ਤੇ ਤੁਸੀਂ ਸੰਵਿਧਾਨ ਹੀ ਚੱਕ ਦਿੰਦੇ ਹੋ। ਐਮਰਜੈਂਸੀ ਦਾ ਮਤਲਬ ਇਹ ਹੈਗਾ ਕਿ ਜਿੰਨੇ ਫੰਡਾਮੈਂਟਲ ਰਾਈਟਸ ਤੁਹਾਡੇ ਹੈਗੇ ਨੇ, ਜਿੰਨੇ ਤੁਹਾਡੇ ਰਾਈਟਸ ਨੇ, ਉਹ ਸਾਰੇ ਸਸਪੈਂਡ ਕਰ ਦਿੱਤੇ। ਬਿਲਕੁਲ। ਰੂਲ ਆਫ ਲਾ ਖਤਮ ਕਰ ਦਿੱਤਾ। ਰੂਲ ਆਫ ਲਾ ਖਤਮ ਕਰਤਾ, ਲੋਕਾਂ ਦੀ ਪ੍ਰੋਸਪੈਰਿਟੀ ਖਤਮ ਕਰ ਦਿੱਤੀ, ਕੰਸਟੀਟਿਊਸ਼ਨ ਸਸਪੈਂਡ ਕਰ ਦਿੱਤਾ। ਇਹਦੇ ਮਗਰ ਤੁਸੀਂ ਦੇਖੋ ਵੀ ਕਿੰਨਾ ਡਰ ਹੋਊਗਾ। ਮੈਂ ਇਸ ਐਂਗਲ ਤੋਂ ਦੇਖਦਾ ਕਿ ਪ੍ਰਾਈਮ ਮਿਨਿਸਟਰ ਨੂੰ ਕਿੰਨਾ ਡਰ ਹੋਊਗਾ। ਇੰਟਰਫੀਅਰ ਦੀ ਗੱਲ ਕਰਦਾ ਮੈਂ ਇੰਟਰਫੀਅਰ ਦੀ ਗੱਲ ਕਰਦਾ। ਇੱਕ ਤਾਂ ਇੰਟਰਫੀਅਰ ਹੋਊਗਾ ਕਿ ਮੇਰੀ ਕਿਤੇ ਗੱਦੀ ਨਾ ਚਲੀ ਜਾਵੇ ਤੇ ਮੈਨੂੰ ਕਿਤੇ ਜੇਲ੍ਹਾਂ 'ਚ ਨਾ ਜਾਣਾ ਪਵੇ। ਇਸ ਕਿਸਮ ਦਾ ਇੰਟਰਫੀਅਰ ਤਾਂ ਹੋਊਗਾ ਨਾ, ਕਿਉਂਕਿ ਉਸ ਟਾਈਮ ਸੀਟ ਅਨਸੀਟ ਇਲੈਕਸ਼ਨਾਂ ਦਾ ਬਹੁਤ ਮਸਲਾ ਸੀਗਾ ਇਹਨਾਂ ਦਾ। ਅਨਸੀਟ ਹੋਏ, ਅਨਸੀਟ ਤੋਂ ਬਾਅਦ ਰੌਲਾ ਪਿਆ ਇਸ ਗੱਲ ਦਾ। ਤਾਂ ਐਮਰਜੈਂਸੀ ਜਿਹੜੀ ਹੈਗੀ ਆ ਆਉਣ ਵਾਲੇ ਇਤਿਹਾਸ ਦੇ ਵਿੱਚ ਹਮੇਸ਼ਾ ਯਾਦ ਰੱਖੀ ਜਾਊਗੀ। ਤਾਂ ਯਾਦ ਰੱਖੀ ਜਾਊ ਕਿ ਆਉਣ ਵਾਲਾ ਕੋਈ ਪ੍ਰਾਈਮ ਮਿਨਿਸਟਰ ਇਹ ਗਲਤੀ ਨਾ ਕਰ ਸਕੇ, ਇਹ ਗਲਤੀ ਨਾ ਕਰੇ, ਹਕਾਮਤ ਨਾ ਕਰ ਸਕੇ ਇਸ ਕਿਸਮ ਦੀ। ਤਾਂ ਇਹਦੇ ਤੇ ਵਰਲਡ ਲੈਵਲ ਤੇ ਬਹੁਤ ਕੰਡੈਮਨੇਸ਼ਨ ਹੋਈ ਸੀ ਐਮਰਜੈਂਸੀ ਤੇ। ਤਾਂ ਇਸ ਡੇ ਨੂੰ ਮੈਨੂੰ ਲੱਗਦਾ ਕਿ ਹਿਸਟਰੀ ਦੇ ਵਿੱਚ ਪਾਉਣਾ ਚਾਹੀਦਾ। ਸਟੂਡੈਂਟਸ ਨੂੰ ਜਿਹੜੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਇਹਦੇ ਕੰਸੀਕੁਐਂਸਿਸ। ਬਿਲਕੁਲ ਪਤਾ। ਤੁਸੀਂ ਜੇ ਇਸ ਨੂੰ ਦੂਜੇ ਐਂਗਲ ਤੋਂ ਦੇਖੋ, ਜੇ ਐਮਰਜੈਂਸੀ ਸਕਸੈਸਫੁਲ ਹੋ ਜਾਂਦੀ, ਸਾਡੇ ਕੰਟਰੀ 'ਚ ਅੱਜ ਡੈਮੋਕ੍ਰੇਸੀ ਨਹੀਂ ਸੀ ਹੋਣੀ। ਨਹੀਂ ਦੇਖੋ, ਸਕਸੈਸਫੁਲ ਵਾਲੀ ਗੱਲ ਇਹ ਆ ਕਿ ਉਹ 21 ਮਹੀਨੇ ਡੰਡੇ ਦਾ ਰਾਜ ਰਿਹਾ। ਡੰਡੇ ਦਾ ਰਾਜ, ਠੀਕ ਹੈ ਜੀ। ਡੰਡੇ ਦਾ ਰਾਜ ਵੀ ਨਹੀਂ, ਦੈਟ ਵਾਜ਼ ਅਥਾਰਟੇਰੀਅਨ ਰੂਲ ਵਿਦਆਊਟ ਐਨੀ ਰੂਲ ਆਫ ਲਾ। ਹਾਂਜੀ ਬਿਲਕੁਲ ਠੀਕ, ਤੁਹਾਡੀ ਕਾਨੂੰਨ ਦਾ ਕੋਈ ਹੈ ਨਹੀਂ, ਕਾਨੂੰਨ ਤਾਂ ਹੈ ਹੀ ਨਹੀਂ। ਜਿਹਨੂੰ ਮਰਜ਼ੀ ਅੰਦਰ ਦੇ ਦਿਓ ਤੁਸੀਂ ਫੜ ਕੇ। ਅੱਛਾ, ਜਿਹੜੇ ਮਰਜ਼ੀ ਸੈੱਲ 'ਚ ਦੇ ਦਿਓ ਬੰਦੇ ਨੂੰ ਫੜ ਕੇ। ਅਫਸਰਸ਼ਾਹੀ ਨੇ ਤਾਂ ਚੰਗੇ ਬੁੱਲੇ ਲੁੱਟੇ ਸੀ ਉਦੋਂ। ਹਾਂਜੀ ਬਿਲਕੁਲ ਬਿਲਕੁਲ, ਕਿਉਂਕਿ ਪੋਲੀਟੀਸ਼ੀਅਨ ਸਾਰੇ ਜਿਹੜੇ ਮਾੜਾ ਮੋਟਾ ਵਿਰੋਧ ਕਰਨ ਵਾਲੇ ਉਹ ਅੰਦਰ ਦਿੱਤੇ ਸੀ, ਸਾਰੇ ਅੰਦਰ ਦਿੱਤੇ ਹੋਏ ਸੀਗੇ। ਤੇ ਆਫੀਸਰਸ ਨੂੰ ਇਉਂ ਲੱਗਦਾ ਸੀਗਾ ਦਿਸ ਵਿਲ ਕੰਟੀਨਿਊ। ਜਿੰਨੀਆਂ ਬੁੱਕਸ ਆ ਰਹੀਆਂ ਨੇ ਉਹਦੇ ਉੱਪਰ ਉਹਨਾਂ ਦਾ ਸਾਰਿਆਂ ਦਾ ਵਿਜ਼ਨ ਇਹੀ ਸੀਗਾ ਵੀ ਕਿਉਂਕਿ ਬਹੁਤ ਪਾਵਰਫੁਲ ਆ, ਉਦੋਂ ਰਸ਼ੀਆ ਦੀ ਸਪੋਰਟ ਸੀ। ਇੱਕ ਤੁਸੀਂ ਗੱਲ ਮੇਰੇ ਦਿਲ ਦੀ ਖੋਲ ਲਈ ਹੈ। ਆਇਰਨ ਲੇਡੀ ਦੇ ਤੌਰ ਤੇ ਐਸਟੈਬਲਿਸ਼ ਹੋਏ ਜੀ ਇੰਦਰਾ ਗਾਂਧੀ। ਬਿਲਕੁਲ। ਤੇ ਉਹਦੇ ਵਿੱਚ ਰਸ਼ੀਆ ਦਾ ਰੋਲ ਤੁਸੀਂ ਕਹਿ ਸਕਦੇ, ਚਾਈਨਾ ਦਾ ਰੋਲ ਕਹਿ ਸਕਦੇ, ਠੀਕ ਹੈ ਜੀ। ਜਿਹੜੇ ਹਿੰਦੁਸਤਾਨ ਦੇ ਕਮਿਊਨਿਸਟ ਸੀਗੇ ਸਗੋਂ, ਉਹ ਭਾਵੇਂ ਰਸ਼ੀਆ ਮੌਕੇ ਦੀ ਸਰਕਾਰ ਦੀ ਸਪੋਰਟ ਕਰ ਰਿਹਾ ਸੀਗਾ, ਪਰ ਕਮਿਊਨਿਸਟ ਜਿਹੜੇ ਸੀ ਉਹ ਇਹਦਾ ਵਿਰੋਧ ਕਰ ਰਹੇ ਸੀ ਇੰਦਰਾ ਗਾਂਧੀ ਦਾ, ਜਾਂ ਕਹਿ ਲਓ ਐਮਰਜੈਂਸੀ ਦੇ ਦੌਰਾਨ ਕਮਿਊਨਿਸਟਾਂ ਨੂੰ ਵੀ ਜਾਣਾ ਪਿਆ। ਇਹ ਵੀ ਇੱਕ ਪੋਲੀਟੀਕਲ ਬੜਾ ਝਮੇਲਾ ਜਿਹਾ ਰਿਹਾ। ਦੇਖੋ ਨਾ, ਜੋ ਜਿਹੜੀਆਂ ਬੁੱਕਸ ਦੇ ਵਿੱਚ ਹੈਗਾ ਕਿ ਜਦੋਂ 71 ਦੀ ਬੰਗਲਾਦੇਸ਼ ਨਾਲ ਸੀਗੀ, ਉਹਦੇ 'ਚੋਂ ਹੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਆਇਰਨ ਲੇਡੀ ਦੇ ਤੌਰ ਦੇ ਉੱਪਰ ਉੱਭਰੇ ਨੇ। ਤਾਂ ਨਾਰਮਲੀ ਕੀ ਹੁੰਦਾ ਕਿ ਜਦੋਂ ਬੰਦਾ ਪ੍ਰਾਈਮ ਮਿਨਿਸਟਰ ਲੈਵਲ 'ਤੇ ਪਹੁੰਚ ਜਾਂਦਾ ਹੈਗਾ, ਉਹਦੀ ਇੱਕ ਇੱਛਾ ਹੁੰਦੀ ਕਿ ਮੈਂ ਇੰਟਰਨੈਸ਼ਨਲ ਹੋ ਜਾ। ਇੰਟਰਨੈਸ਼ਨਲ ਤੁਸੀਂ ਤਾਂ ਹੋਵੋਗੇ ਕਿ ਆਮ ਨਾਲੋਂ ਵੱਖਰਾ ਰਸਤਾ। ਬਿਲਕੁਲ। ਮੈਨੂੰ ਥੋੜ੍ਹਾ ਜਿਹਾ ਯਾਦ ਹੈਗਾ ਕਿ ਮੈਂ ਮਿਸਿਸ ਇੰਦਰਾ ਗਾਂਧੀ ਦੀ ਇੱਕ ਇੰਟਰਵਿਊ ਸੁਣੀ ਸੀ। ਤਾਂ ਉਹ ਕਹਿੰਦੇ ਵੀ ਮੈਂ ਨਾ ਜੇ ਸਿੱਧਾ ਰਸਤਾ ਹੋਵੇ, ਮੈਂ ਉਹ ਛੱਡ ਕੇ ਥੋੜ੍ਹਾ ਜਿਹਾ ਔਖਾ ਰਸਤਾ ਚੁਣਦੀ ਹਾਂ, ਜਿਵੇਂ ਸੈਰ ਵੀ ਕਰਨੀ ਹੋਵੇ। ਅੱਛਾ, ਇਹ ਮਾਈਂਡ ਸੈਟ ਸੀ ਉਹਨਾਂ ਦਾ। ਤੇ ਉਹਨਾਂ ਨੇ ਔਖੇ ਰਸਤੇ ਚੁਣੇ ਸੀਗੇ। ਤੇ ਔਖੇ ਰਸਤਿਆਂ ਦੇ ਵਿੱਚ ਫਿਰ ਤੁਹਾਨੂੰ ਪਤਾ ਕਿ ਪੁਟਿਨ ਸਾਹਿਬ ਨੇ ਵੀ ਚੁਣੇ ਹੋਏ ਨੇ, ਜੋ ਵੀ ਚੁਣਦਾ ਹੈਗਾ। ਟਰੰਪ ਸਾਹਿਬ ਨੇ ਵੀ, ਜਦੋਂ 6 ਜਨਵਰੀ ਵਾਲੀ ਗੱਲ ਹੋਈ ਸੀਗੀ, ਉਹ ਕਿਹੜਾ ਘੱਟ ਹੈ ਡੈਮੋਕ੍ਰੇਸੀ ਦੇ ਉੱਪਰ। 6 ਜਨਵਰੀ ਤੇ ਜਿਸ ਤਰ੍ਹਾਂ ਉਹਨਾਂ ਨੇ ਪ੍ਰੈਸ਼ਰ ਪਾਇਆ ਸੀਗਾ ਕਿ ਤੁਸੀਂ ਇਹਨੂੰ ਨਲ ਐਂਡ ਵਾਇਡ ਡਿਕਲੇਅਰ ਕਰੋ। ਤਾਂ ਜਦੋਂ ਬੰਦਾ ਬਹੁਤ ਪਾਵਰਫੁਲ ਹੋ ਜਾਂਦਾ ਨਾ, ਤਾਂ ਉਹਦੀਆਂ ਐਕਸਪੈਕਟੇਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਵੱਡੀਆਂ ਹੋ ਜਾਂਦੀਆਂ ਨੇ। ਉਹਦੇ ਵਿੱਚੋਂ ਮੈਡਮ ਇੰਦਰਾ ਗਾਂਧੀ ਜਿਹੜੇ ਹੈਗੇ ਆ, ਪਰ ਵੀ ਆਰ ਲੱਕੀ ਪੀਪਲ, ਇੰਡੀਅਨਸ ਆਰ ਲੱਕੀ ਪੀਪਲ ਕਿ ਅਸੀਂ ਉਹਨੂੰ ਡਿਫੀਟ ਕੀਤਾ। ਔਰ ਜਿਨ੍ਹਾਂ ਲੋਕਾਂ ਨੇ ਉਸ ਟਾਈਮ ਮੂਵਮੈਂਟ ਲੀਡ ਕੀਤੀ ਅਗੇਂਸਟ ਐਮਰਜੈਂਸੀ, ਆਈ ਸਲੂਟ ਦੋਜ਼ ਪੀਪਲ। ਉਹਨਾਂ ਕਰਕੇ ਅੱਜ ਅਸੀਂ ਇਹਨਾਂ ਚੇਅਰ 'ਚ ਬੈਠੇ ਔਰ ਅਸੀਂ ਡੈਮੋਕ੍ਰੈਟਿਕਲੀ ਸਾਰੀ ਗੱਲ ਲੋਕਾਂ ਨਾਲ ਸਾਂਝੀ ਕਰ ਸਕਦੇ। ਜੇ ਅਥਾਰਟੇਰੀਅਨ ਸੁਭਾਅ ਦੀ ਗੱਲ ਕਰ ਲਈਏ ਤਾਂ ਇੰਦਰਾ ਗਾਂਧੀ ਦੇ ਬਾਰੇ ਆਪਾਂ ਕਹਿੰਦੇ ਹਾਂ ਕਿ ਉਹ ਕਹਿੰਦੀ ਸੀ ਵੀ ਜੋ ਮੈਂ ਕਹਿ ਦਿੱਤਾ ਉਹ ਪੱਥਰ ਤੇ ਲਕੀਰ ਹੈ, ਦੈਟਸ ਫਾਈਨਲ, ਉਹ ਫਾਈਨਲ ਹੈ। ਮੋਦੀ ਸਾਹਿਬ ਵੀ ਤਾਂ ਇੱਦਾਂ ਹੀ ਕਹਿੰਦੇ ਜੀ। ਹਾਂ ਬਿਲਕੁਲ, ਮੋਦੀ ਸਾਹਿਬ ਦੇ ਵਿੱਚ ਵੀ ਅਥਾਰਟੇਰੀਅਨ ਜਿਹੜਾ ਹੈਗਾ ਉਹ ਜਿਹੜੀ ਕੋਈ ਮਾਈਂਡ ਸੈਟ ਹੈਗਾ ਉਹਨਾਂ ਦਾ। ਮੈਂ ਇੱਕ ਘਟਨਾ ਜਿਹੜੀ ਉਹ ਜ਼ਿਕਰ ਕਰਨਾ ਚਾਹੁੰਦਾ ਜੀ। 2002 ਦੇ ਵਿੱਚ ਗੁਜਰਾਤ ਵਿੱਚ ਬੜੀ ਕਤਲੋਗਾਰਦ ਹੋਈ। ਮੈਂ ਉਹਨੂੰ ਦੰਗੇ ਨਹੀਂ ਕਹਿੰਦਾ, ਦੰਗੇ ਉਹ ਹੁੰਦੇ ਆ ਜਿਵੇਂ ਦਿੱਲੀ ਵਾਲੀ ਗੱਲ ਨੂੰ, ਘਟਨਾ ਨੂੰ ਦੰਗੇ ਨਹੀਂ ਅਸੀਂ ਕਹਿੰਦੇ, ਜੈਨੋਸਾਈਡ ਅਸੀਂ ਕਹਿੰਦੇ ਹਾਂ। ਇੱਕ ਪਲੈਨਡ, ਵੈਲ ਪਲੈਨਡ ਵੇ ਨਾਲ, ਥਾਟ ਨਾਲ ਇੱਕ ਤੁਸੀਂ ਕਮਿਊਨਿਟੀ ਨੂੰ ਖਤਮ ਕਰਨ ਦੇ ਲਈ ਯਤਨ ਕੀਤੇ। ਯਤਨ ਹੀ ਕਹਿ ਸਕਦੇ ਹਾਂ, ਸਫਲਤਾ ਤਾਂ ਹੋਈ ਨਹੀਂ। ਗੁਜਰਾਤ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ।
ਉਦੋਂ ਵੀ 2002 ਦੇ ਵਿੱਚ ਦੰਗੇ ਉਹਨੂੰ ਕਹਿੰਦੀ ਸਰਕਾਰ ਉੱਥੋਂ ਦੀ, ਜਾਂ ਪੋਲੀਟੀਸ਼ੀਅਨ ਦੰਗੇ ਕਹਿੰਦੇ, ਮੈਂ ਸਮਝਦਾ ਕਿ ਉਦੋਂ ਵੀ ਜੈਨੋਸਾਈਡ ਦੀ ਸੀ ਗੱਲ। ਔਰ ਉਹਦੇ ਵਿੱਚ ਉਸ ਵੇਲੇ ਮੋਦੀ ਸਾਹਿਬ ਉੱਥੇ ਮੁੱਖ ਮੰਤਰੀ ਹੁੰਦੇ ਸੀ ਗੁਜਰਾਤ ਦੇ। ਕੁਛ ਲੋਕਾਂ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਇਹ ਕਤਲੇਆਮ ਕਰਾਉਣ ਦੇ ਵਿੱਚ ਮੋਦੀ ਸਾਹਿਬ ਦਾ ਪੂਰਾ ਪੂਰਾ ਹੱਥ ਹੈ। ਬਹੁਤ ਸਾਰੇ ਗੁਜਰਾਤ ਫਾਈਲਜ਼ ਨਾਂ ਦੀ ਇੱਕ ਕਿਤਾਬ ਵੀ ਛਪੀ, ਫਿਲਮ ਵੀ ਬਣੀ। ਹਾਂਜੀ ਮੇਰੇ ਖਿਆਲ ਹਾਂਜੀ, ਤੇ ਉਹ ਅਜੇ ਸਬੂਤ ਵੀ ਹੈਗੇ, ਕਿਤੇ ਲੱਭੇ ਆ। ਇਹਦੇ ਬਾਵਜੂਦ ਸੁਪਰੀਮ ਕੋਰਟ ਨੇ ਜਿਹੜੀ ਸੀਗੀ ਉਹ ਇਹ ਗੱਲ ਕਿ ਮੋਦੀ ਸਾਹਿਬ ਤੇ ਉਹਨਾਂ ਦੇ ਨਾਲ ਕੋਈ ਹੋਰ 50-60 ਬੰਦੇ ਜ਼ਿੰਮੇਵਾਰ ਆ ਇਹ ਕਤਲੋ ਕਰਦੇ, ਉਹਨਾਂ ਸਾਰਿਆਂ ਨੂੰ ਬਰੀ ਕਰਤਾ ਜੀ। ਕੀ ਲੱਗਦਾ ਇਹ ਕੋਈ ਰਾਜਨੀਤਿਕ ਲੋਕ ਬਚ ਕਿਵੇਂ ਜਾਂਦੇ? ਦੇਖੋ, ਜਦੋਂ ਨਾ ਗੁਜਰਾਤ, ਕਿਉਂਕਿ ਮੈਨੂੰ ਇਹਦੀ ਜ਼ਿਆਦਾ ਸਟੱਡੀ ਨਹੀਂ ਹੈ ਗੁਜਰਾਤ ਸਟੇਟ ਦੀ, ਜਿੰਨਾ ਕੁ ਮੈਂ ਪੜ੍ਹਿਆ ਹੈਗਾ, ਗੁਜਰਾਤ ਦੇ ਵਿੱਚ ਜਦੋਂ ਇਹ ਘਟਨਾ ਵਾਪਰੀ ਹੈਗੀ ਆ, ਮੋਸਟ ਅਨਫੋਰਚੂਨੇਟ ਘਟਨਾ ਸੀਗੀ। ਔਰ ਉਦੋਂ ਮੋਦੀ ਸਾਹਿਬ ਉਦੋਂ ਚੀਫ ਮਿਨਿਸਟਰ ਸੀਗੇ। ਮੈਂ ਮੋਰਲੀ ਸਮਝਦਾ ਕਿ ਜਦੋਂ ਤੁਹਾਡੀ ਸਟੇਟ ਦੇ ਵਿੱਚ, ਕਿਸੇ ਵੀ ਚੀਫ ਮਿਨਿਸਟਰ ਦੀ ਸਟੇਟ ਵਿੱਚ ਅਗਰ ਇਸ ਕਿਸਮ ਦੀ ਘਟਨਾ ਵਾਪਰਦੀ, ਦੁਰਘਟਨਾ ਵਾਪਰਦੀ ਹੈਗੀ ਆ, ਤਾਂ ਚੀਫ ਮਿਨਿਸਟਰ ਮੋਰਲੀ ਰਿਸਪੌਂਸੀਬਲ ਹੁੰਦੇ ਨੇ। ਉਸ ਤੋਂ ਬਾਅਦ ਇਹ ਇਨਵੈਸਟੀਗੇਸ਼ਨਸ ਹੋਈਆਂ ਨੇ, ਔਰ ਬਹੁਤ ਇਨਵੈਸਟੀਗੇਸ਼ਨਸ ਹੋਈਆਂ ਨੇ। ਇਹ ਸਮਝ ਲਓ 2002 ਤੋਂ ਲੈ ਕੇ ਪਿੱਛੇ 10-15 ਟੀਮਾਂ ਨੇ ਇਹਨੂੰ ਕੀਤਾ ਹੈਗਾ। ਅੱਧਾ ਕੁ ਐਵੀਡੈਂਸ ਜਿਹੜਾ ਹੈਗਾ ਉਹ ਕਿਤੇ ਚਲਿਆ ਗਿਆ, ਦੂਜਾ ਐਵੀਡੈਂਸ ਕਿਤੇ ਚਲਿਆ ਗਿਆ। ਪਰ ਇੱਕ ਪੱਖ ਜ਼ਰੂਰ ਹੈਗਾ ਵੀ ਜੇ ਇਹ ਸਾਰੀ ਟੀਮ ਜਿਹੜੀ ਹੈ ਨਿਰਦੋਸ਼ ਹੈ, ਤੇ ਫਿਰ ਦੋਸ਼ੀ ਕੌਣ ਹੈ? ਜੇ ਸਾਰੇ ਬੇਦੋਸ਼ੀ ਆ, ਸੁਪਰੀਮ ਕੋਰਟ ਦੋਸ਼ੀ ਮਰਨ ਵਾਲੇ ਹੋਏ। ਸੁਪਰੀਮ ਕੋਰਟ ਨੂੰ ਇਹ ਗੱਲ ਦਾ ਨੋਟਿਸ ਤਾਂ ਜ਼ਰੂਰ ਲੈਣਾ ਚਾਹੀਦਾ ਹੈ ਵੀ ਇਹ ਸਾਰੇ ਨਿਰਦੋਸ਼ ਹੈ, ਮੰਨ ਲਈ ਗੱਲ, ਕਿਉਂਕਿ ਇਹਨਾਂ ਤੇ ਸਾਬਤ ਨਹੀਂ ਹੋ ਸਕਿਆ। ਤੇ ਫਿਰ ਇੰਨੇ ਬੰਦੇ ਜਿਹੜੇ ਮਰੇ ਨੇ, ਤੇ ਫਿਰ ਉਹਨਾਂ ਦਾ ਦੋਸ਼ੀ ਕੌਣ ਹੈ? 1984 ਦੇ ਵਿੱਚ ਸਾਰਾ ਕੁਝ ਹੋਇਆ, ਤੇ ਜੇ ਅਸੀਂ ਕਹਿ ਦਈਏ ਵੀ ਉਹ ਸਾਰੇ ਬੰਦੇ ਨਿਰਦੋਸ਼ ਸੀਗੇ ਜਿਨ੍ਹਾਂ ਦੇ ਨਾਂ ਆਉਂਦੇ ਆ, ਤਾਂ ਫਿਰ ਜਿਹੜੇ ਉਹ ਬੰਦੇ ਮਰੇ ਉਹ ਦੋਸ਼ੀ, ਉਹ ਹੋਗਾ, ਫਿਰ ਦੋਸ਼ੀ ਉਹਨਾਂ ਦਾ ਦੋਸ਼ੀ। ਬਿਲਕੁਲ ਸੇਮ ਜਸਟਿਸ ਸਿਸਟਮ ਦਾ ਜਿਹੜਾ ਇਹ ਫਲਾ ਹੈ ਕਿ ਇਹ ਦੇ ਗੋ ਬਾਈ ਦੀ ਫਾਈਲ, ਦੇ ਗੋ ਬਾਈ ਦੀ ਐਵੀਡੈਂਸ। ਤੇ ਬ੍ਰੌਡਰ ਵਿਊ ਜਸਟਿਸ ਦਾ ਇਹ ਹੁੰਦਾ ਵੀ ਜਿਸ ਬੰਦੇ ਨਾਲ ਧੱਕਾ ਹੋਇਆ ਤੇ ਉਹ ਉਸ ਦਾ ਓਨਸ ਤੱਕ ਕਿਤੇ ਤੇ ਤੁਸੀਂ ਪਾਓ ਨਾ। ਤਾਂ ਮੈਨੂੰ ਲੱਗਦਾ ਕਿ ਜੋ ਸਾਡਾ ਜਸਟਿਸ ਸਿਸਟਮ ਹੈਗਾ, ਇਹਦੇ 'ਚ ਇਸ ਕਿਸਮ ਦੀ ਕਰੈਕਸ਼ਨ ਦੀ ਵੀ ਲੋੜ ਹੈਗੀ ਆ, ਕਿਉਂਕਿ ਸੋਸ਼ਲ ਵੈਲਫੇਅਰ ਇਹ ਡਿਮਾਂਡ ਕਰਦਾ ਹੈਗਾ ਕਿ ਜੇ ਬੰਦਿਆਂ ਦੇ ਨਾਲ ਬੇਇਨਸਾਫੀ ਹੋਈ ਆ, ਬੰਦੇ ਬਰੀ ਹੋ ਜਾਂਦੇ ਹੈਗੇ ਆ, ਤੇ ਫਿਰ ਇਹ ਗੱਲ ਤੇ ਤਾਂ ਤੁਸੀਂ ਦੁਬਾਰਾ ਕੋਈ ਕਮੇਟੀ ਦਾ ਬਣਾ ਦਿਓ ਵੀ ਆਹ ਬੰਦੇ ਇੰਨੇ ਮਰ ਗਏ ਨੇ, ਇੰਨੇ ਦਾ ਕਤਲ ਹੋ ਗਿਆ ਹੈਗਾ, ਇੰਨੇ ਸਾੜੇ ਗਏ ਨੇ, ਇੰਨੀ ਪ੍ਰਾਪਰਟੀ ਸਾੜੀ ਗਈ ਆ, ਵੀ ਇਹਨੂੰ ਤੁਸੀਂ ਲੋਕੇਟ ਤਾਂ ਕਰੋ, ਚਾਹੇ 20 ਸਾਲ ਬਾਅਦ ਲੋਕੇਟ ਕਰੋ ਤੁਸੀਂ। ਜੇ ਤੁਸੀਂ ਮੁੱਦਾ ਹੀ ਖਤਮ ਕਰ ਦਿੱਤਾ, 84 ਦਾ ਵੀ ਮੁੱਦਾ ਹੀ ਖਤਮ ਹੋਇਆ, ਤਾਂ ਫਿਰ ਕੀ ਹੁੰਦਾ ਕਿ ਜੇ ਦੁਬਾਰਾ ਹੋਊਗਾ ਤਾਂ ਉਹ ਇੱਕ ਪ੍ਰੈਸੀਡੈਂਟ ਬਣ ਜਾਂਦੇ ਆ। ਉਹ 2002 का कोर्ट हो जाऊगा, ਉਹਦੇ 'ਚ 1984 को कोर्ट हो जाऊगा, ਕੋਈ ਬੰਗਾਲ 'ਚ ਹੋਇਆ ਹੋਊਗਾ ਕੋਰਟ ਹੋ ਜਾਊਗਾ ਵੀ ਉਹਦੇ 'ਚ ਵੀ ਐਂ ਛੱਡੇ ਗਏ ਸੀਗੇ। ਤਾਂ ਬੇਸਿਕਲੀ ਕਿ ਜਿਹੜੀ ਪੋਲੀਟੀਕਲ ਕਲਾਸ ਹੈ ਉਹਦੇ 'ਚ ਇੱਕ ਜਾਂ ਦੋ ਬੰਦੇ ਦੀ ਗੱਲ ਨਹੀਂ ਹੁੰਦੀ। ਪੋਲੀਟੀਕਲ ਕਲਾਸ ਜੋ ਮੈਂ ਮਹਿਸੂਸ ਕਰਦਾ ਉਹ ਰਿਸਪੌਂਸੀਬਲ ਹੁੰਦੀ ਹੈ। ਪੋਲੀਟੀਕਲ ਕਲਾਸ ਜਿਹੜੀ ਆ ਗੁੰਡਿਆਂ ਨੂੰ ਨਾਲ ਲਾਉਂਦੀ ਆ। ਤੇ ਹੁਣ ਤੁਸੀਂ ਦੇਖੋ ਮਹਾਰਾਸ਼ਟਰ 'ਚ ਕੀ ਹੋ ਰਿਹਾ। ਹਾਂਜੀ, ਮਹਾਰਾਸ਼ਟਰ ਦੇ ਵਿੱਚ ਇੱਕ ਛੋਟੀ ਪੋਲੀਟੀਕਲ ਜਾਨੀ ਇੱਕ ਫਾਈਟ ਹੈ ਕਿ ਇੱਕ ਪਾਸੇ AK ਸ਼ਿੰਦੇ ਜੀ ਨੇ ਤੇ ਦੂਸਰੇ ਪਾਸੇ ਉਹ ਠਾਕਰੇ ਸਾਹਿਬ ਦੇ ਬੇਟੇ ਨੇ ਉद्धਵ ਠਾਕਰੇ ਜੀ ਨੇ। ਪੋਲੀਟੀਕਲ ਹੈ, ਬਿਲਕੁਲ ਪੋਲੀਟੀਕਲ। ਅੱਜ ਉੱਥੇ ਲਾ ਐਂਡ ਆਰਡਰ ਪ੍ਰੋਬਲਮ ਬਣਾਤੀ, ਕਿਸੇ ਦੇ ਦਫ਼ਤਰ ਭੰਨੇ ਜਾ ਰਹੇ ਨੇ, ਕਿਸੇ ਦੇ ਦਫ਼ਤਰ ਦੇ ਵਿੱਚ ਕਾਲ ਖਮਲੀ ਜਾ ਰਹੀ ਹੈ, ਕਾਲਾ ਕੀਤੇ ਜਾ ਰਹੇ ਹਨ। ਇਹ ਕੁਝ ਲੋਕ ਨੇ ਜਿਹੜੇ ਇਕੱਠੇ ਹੋ ਕੇ ਡੰਡੇ ਲੈ ਕੇ, ਗੰਡਾਸੇ ਲੈ ਕੇ ਭੱਜੇ ਫਿਰਦੇ ਨੇ, AK ਸ਼ਿੰਦੇ ਦੇ ਪੋਸਟਰ ਲਾਉਂਦੇ ਫਿਰਦੇ ਨੇ। ਦਹਿਸ਼ਤ ਫੈਲੀ ਹੋਈ ਹੈ। ਹਾਂਜੀ, ਤਾਂ ਜੇ ਇਸ ਕਿਸਮ ਦੀ ਪੋਲੀਟੀਕਲ ਫਾਈਟ ਵਿੱਚੋਂ ਤੁਹਾਨੂੰ ਦਫਾ 144 ਲਾਉਣਾ ਪੈ ਜਾਵੇ ਤੇ ਫਿਰ ਇਹਦਾ ਜ਼ਿੰਮੇਵਾਰ ਤਾਂ ਪੋਲੀਟੀਕਲ ਕਲਾਸ ਹੀ ਹੋਈ ਨਾ। ਬਿਲਕੁਲ। ਤਾਂ ਮੈਨੂੰ ਲੱਗਦਾ ਕਿ ਜਸਟਿਸ ਸਿਸਟਮ ਨੂੰ, ਉੱਥੋਂ ਦੀ ਹਾਈ ਕੋਰਟ ਨੂੰ ਦੇ ਛੁੱਟੇ ਸੁਓ ਮੋਟੋ ਨੋਟਿਸ ਵੀ ਤੁਸੀਂ ਚੀਫ ਮਿਨਿਸਟਰ ਹੋ, ਦੂਸਰੇ ਕਹਿੰਦੇ ਅਸੀਂ ਚੀਫ ਮਿਨਿਸਟਰ ਬਣਨ ਜਾ ਰਹੇ ਹਾਂ ਤੇ ਤੁਸੀਂ ਲੋਕਾਂ ਨੂੰ ਕਿਉਂ ਲੜਾ ਰਹੇ ਹੋ। ਬਿਲਕੁਲ। ਉਹਨਾਂ ਵੱਲੋਂ ਕੋਈ ਬਿਆਨ ਨਹੀਂ, ਉਹਨਾਂ ਵੱਲੋਂ ਕੋਈ ਬਿਆਨ ਨਹੀਂ ਹੈਗਾ। ਉਹਨਾਂ ਵੱਲੋਂ ਆਪਣੀ ਕੁਰਸੀ ਨਾਲ ਉਹ ਮੈਥ ਜਿਹੜਾ ਵਾ ਉਹ ਜਿਹੜੀ ਗੱਲ ਕਰ ਰਿਹਾ ਸੀ ਨਾ, ਜਿਹੜੀ ਪੋਲੀਟੀਕਲ ਕਲਾਸ ਹੈ ਨਾ, ਇੰਡੀਅਨ ਪੋਲੀਟੀਕਲ ਕਲਾਸ, ਇਹ ਮੈਚਿਓਰ ਕਲਾਸ ਨਹੀਂ ਹੈਗੀ। ਮੈਚਿਓਰ ਕਲਾਸ ਦੀ ਡੈਮੋਕ੍ਰੇਸੀ ਡਿਫਰੈਂਟ ਹੋਊਗੀ ਤੇ ਇਮੈਚਿਓਰ ਕਲਾਸ ਦੀ ਡੈਮੋਕ੍ਰੇਸੀ। ਤਾਂ ਸਾਡੇ ਲੋਕਾਂ ਨੂੰ ਸਿਆਣੇ ਹੋਣਾ ਚਾਹੀਦਾ, ਇਹਨਾਂ ਦੇ ਮਗਰ ਲੱਗ ਕੇ ਭੰਨ ਤੋੜ ਨਹੀਂ ਕਰਨੀ ਚਾਹੀਦੀ। ਨੈਸ਼ਨਲ ਪ੍ਰਾਪਰਟੀ ਸੀ ਕਿਉਂ ਤੋੜੀਏ, ਕਿਉਂ ਫੂਕੀਏ ਇਹਨੂੰ। ਉਹੀ ਜਿਹੜੀ ਗੁਜਰਾਤ ਦੀ ਵੀ ਗੱਲ ਆਪਾਂ ਕਰੀਏ ਨਾ, ਜਿਹੜੇ 2002 ਦੀ ਗੱਲ ਚੱਲਦੀ ਪਈ, ਜਿਹੜੇ ਚਰਚਾ ਆਪਾਂ ਸ਼ੁਰੂ ਕੀਤੀ ਸੀ, ਉਹਦੇ ਵਿੱਚ ਵੀ
ਇਹ ਜਿਹੜੇ ਸੀਗੇ ਸ਼ਿਵ ਸੈਨਿਕ ਕਹਿ ਸਕਦੇ ਆ, ਜਾਂ ਉਹ ਇੱਕ ਫਿਰਕੇ ਦੇ ਲੋਕ ਕਹਿ ਸਕਦੇ ਆ, ਉਹਨਾਂ ਨੂੰ ਉਹ ਗੱਡੀ 'ਚ ਸਫ਼ਰ ਕਰ ਰਹੇ ਸੀ ਜੀ, ਟ੍ਰੇਨ ਤੇ ਆ ਰਹੇ ਸੀ, ਟ੍ਰੇਨ ਨੂੰ ਅਗਲਾ ਦਿੱਤੀ ਬਿਲਕੁਲ। ਉਹ ਕਿਹੜਾ ਠੀਕ ਸੀ? ਉਹ ਵੀ ਗਲਤ ਸੀ। ਪਰ ਉਸ ਤੋਂ ਬਾਅਦ ਜਿਹੜੇ ਇਹ ਕੇਰਲਾ ਕੋਈ ਪਿੰਨ ਪੁਆਇੰਟ ਕਰਕੇ ਜਾਂ ਮਾਰਕ ਕਰਕੇ ਕਿ ਇਹ ਬੰਦੇ ਮਾਰਨੇ ਹੈਗੇ ਆ, ਉਹ ਵੀ ਗਲਤ ਸੀ। ਮੈਂ ਕਹਿੰਦਾ ਵੀ ਰੂਲ ਆਫ ਲਾ ਦੇ ਵਿੱਚ MP ਸਿੰਘ ਜੀ ਕੋਈ ਕਿਸੇ ਦੇ ਥੱਪੜ ਨਹੀਂ ਮਾਰ ਸਕਦਾ। ਮੈਂ ਉਹੀ ਗੱਲ ਕਹਿੰਦਾ ਕਿ ਰੂਲ ਆਫ ਲਾ ਸਟੈਬਲਿਸ਼ ਕਰ ਦਿਓ, ਪੁਲਿਸ ਨੂੰ ਇੰਡੀਪੈਂਡੈਂਟ ਕਰ ਦਿਓ, ਕੋਈ ਕਿਸੇ ਦੇ ਥੱਪੜ ਨਹੀਂ ਮਾਰੂਗਾ। ਬੰਦਾ ਤਾਂ ਮਾਰਨਾ ਦੂਰ ਦੀ ਗੱਲ ਆ, ਅੱਗ ਲਾਉਣੀ ਦੂਰ ਦੀ ਗੱਲ ਆ। ਐਕਚੁਅਲੀ ਕੀ ਆ ਕਿ ਪੋਲੀਟੀਕਲ ਕਲਾਸ ਹੀ ਰੂਲ ਆਫ ਲਾ ਬ੍ਰੇਕ ਕਰਦੀ ਆ। ਹਾਂਜੀ, ਉਹ ਚਾਹੁੰਦੇ ਨਹੀਂ ਹੈਗੇ ਇਦਾਂ, ਉਹ ਚਾਹੁੰਦੇ ਨਹੀਂ ਹੈਗੇ ਤੇ ਉਹਨਾਂ ਦੇ ਬੰਦੇ ਰੱਖੇ ਹੋਏ ਨੇ। ਇੰਨੀ ਜ਼ਿਆਦਾ ਪਾਪੂਲੇਸ਼ਨ ਆ, ਲੋਕੀ ਅਨਇੰਪਲਾਈਡ ਆ। ਮੈਂ ਕਹਿੰਦਾ ਇਸੇ ਪਾਸੇ ਲਾਤੇ ਸਾਰੇ। ਜੇ ਤੁਸੀਂ ਲੋਕਾਂ ਨੂੰ ਸਾਰਿਆਂ ਨੂੰ ਨੌਕਰੀ ਦੇ ਦਿਓ 8 ਘੰਟੇ ਦੀ, ਪੜ੍ਹਿਆ ਲਿਖਿਆ ਨੂੰ, ਤੇ ਜਿਹੜੇ ਪੜ੍ਹ ਰਹੇ ਨੇ ਉਹਨਾਂ ਨੂੰ ਆਸਰਾ ਹੋਵੇ ਸਾਨੂੰ 8 ਘੰਟੇ ਦੀ ਨੌਕਰੀ, ਲੋਕੀ ਇਹਨਾਂ ਦੇ ਮਗਰ ਨਹੀਂ ਜਾਣਗੇ। ਮੈਚੁਰ ਡੈਮੋਕ੍ਰੇਸੀ 'ਚ ਕਿੱਥੇ ਜਾਂਦੇ ਆ? ਹੁਣ ਤੁਸੀਂ ਕੈਨੇਡਾ 'ਚ ਦੇਖਦੇ ਹੋ ਪ੍ਰੋਟੈਸਟ ਕੈਸਾ, 10 ਬੰਦੇ ਖੜੇ ਆ, ਬਿਲਕੁਲ ਫੱਟਾ ਲਿਖਿਆ ਹੋਇਆ, ਉਹਦੇ ਤੇ ਆਪਦੀ ਮੰਗ ਲਿਖੀ ਹੋਈ ਆ। ਦਿਸ ਇਜ਼ ਪ੍ਰੋਪਰ ਪ੍ਰੋਟੈਸਟ ਜਿਹੜਾ ਤੁਸੀਂ ਕਰਨਾ, ਕਿ ਤੁਸੀਂ ਆਪਦੀ ਗੱਲ ਕਹਿਣੀ ਹੈ ਨਾ ਕਿ ਬੰਦੇ ਮਾਰਨੇ ਨੇ। ਬਿਲਕੁਲ ਵਾਇਲੈਂਸ ਜਿਹੜਾ ਹੈ ਡੈਮੋਕ੍ਰੇਸੀ ਵਿੱਚ ਇਹ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਵਾਇਲੈਂਸ ਪ੍ਰਮੋਟ, ਹੋਰ ਤਾਂ ਕੋਈ ਪ੍ਰਮੋਟ ਨਹੀਂ ਕਰਦਾ, ਕਾਮਨ ਮੈਨ ਨਹੀਂ ਪ੍ਰਮੋਟ ਕਰਦਾ, ਕਾਮਨ ਮੈਨ ਨਹੀਂ ਕਰਦਾ। ਇਹ ਤਾਂ ਜਿਹੜੇ ਉੱਪਰ ਬੈਠੇ ਹੈਗੇ ਸਾਰੀ ਪੋਲੀਟੀਕਲ ਕਲਾਸ ਆਲ ਓਵਰ ਇੰਡੀਆ ਇਨ ਆਲ ਦੀ ਪਾਰਟੀਜ਼, ਬਿਲਕੁਲ ਉਹ ਤੋਂ ਇਸ਼ਾਰਾ ਕਰਦੇ। ਹੁਣ ਤਾਂ ਦੇਖੋ ਗੁਹਾਟੀ ਤੋਂ ਇਸ਼ਾਰਾ ਹੋਇਆ ਕਿ ਸ਼ਿੰਦੇ ਦੇ ਤੁਸੀਂ ਲਾ ਦਿਓ ਪੋਸਟਰ, ਲਾ ਦਿਓ ਜੀ ਜਾ ਕੇ, ਠੀਕ ਹੈ ਨਾ। ਉਦੋਂ ਠਾਕਰੇ ਚੀਫ ਮਿਨਿਸਟਰ ਉੱਥੇ ਬੈਠੇ ਨੇ, ਉਹਨੂੰ ਚੀਫ ਮਿਨਿਸਟਰ ਦੇ ਹੀ ਜਿਹੜੇ ਲੱਗੇ ਹੋਏ ਨੇ ਬੈਨਰ ਪਾੜੇ ਜਾ ਰਹੇ ਨੇ, ਤੇ ਕਲੈਸ਼ ਕਰਾ ਦਿੱਤਾ ਨਾ ਸੋਸਾਇਟੀ। ਅੱਜ ਤੁਸੀਂ ਉਹ ਸੋਸਾਇਟੀ, ਕੱਲ ਨੂੰ ਇਸ ਨੂੰ ਦੋ ਚੀਜ਼ਾਂ ਨਾਲ ਜਿਹੜੀਆਂ ਹੈਗੀਆਂ ਕਿ ਬਹੁਤ ਜ਼ਰੂਰੀ ਨੇ। ਇੱਕ ਤਾਂ ਰਿਲੀਜਨ ਨੂੰ ਪੋਲਿਟਿਕਸ ਤੋਂ ਦੂਰ ਕਰਨਾ, ਜੁਡੀਸ਼ਰੀ ਨੂੰ ਇੰਡੀਪੈਂਡੈਂਟ ਕਰਨਾ, ਜੁਡੀਸ਼ਰੀ ਨੂੰ ਐਗਜ਼ੈਕਟਿਵ ਤੋਂ ਦੂਰ ਕਰਨਾ, ਤਾਂ ਅਸੀਂ ਇਹਨੂੰ ਇੰਡੀਪੈਂਡੈਂਟ ਜੁਡੀਸ਼ਰੀ ਮੰਨਾਂਗੇ। ਕਨਸਟੀਟਿਊਸ਼ਨ ਮੁਤਾਬਕ ਸਾਡੀ ਜੁਡੀਸ਼ਰੀ ਬਿਲਕੁਲ ਇੰਡੀਪੈਂਡੈਂਟ ਆ, ਪਰ ਜ਼ਰੂਰੀ ਨਹੀਂ ਕਿ ਉਹਦੇ ਤੇ ਅਪੁਆਇੰਟ ਕੀਤੇ ਬੰਦੇ ਜਿਹੜੇ ਹੈਗੇ ਉਹ ਇੰਡੀਪੈਂਡੈਂਟ ਹੋਣ। ਠੀਕ ਹੈ, ਉਹਨਾਂ ਦਾ ਇੰਡੀਪੈਂਡੈਂਟ ਹੋਣਾ ਜ਼ਰੂਰੀ। ਬਿਲਕੁਲ, ਅਸੀਂ ਤਾਂ ਡੈਮੋਕ੍ਰੇਸੀ ਨੂੰ ਜਿਉਣਾ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ ਜਿਉਣਾ। ਅਸੀਂ ਤਾਂ ਉਹਨਾਂ ਵਾਸਤੇ ਮਾਈਲਸਟੋਨ ਦੇ ਕੇ ਜਾਣੇ ਨੇ। ਅਸੀਂ ਆਹ ਮਾਈਲਸਟੋਨ ਦੇ ਕੇ ਜਾਵਾਂਗੇ 70 ਸਾਲ ਬਾਅਦ, ਬਿਲਕੁਲ, ਕਿ ਬੰਦਾ ਬੰਦੇ ਨੂੰ ਮਾਰੂਗਾ ਇੱਥੇ। ਬਿਲਕੁਲ ਬਿਲਕੁਲ। ਚਲੋ ਜਾਂਦੇ ਜਾਂਦੇ ਇੱਕ ਖਬਰ ਜਿਹੜੀ ਚਰਚਾ ਬਹੁਤ ਆ, ਖਬਰ ਛੋਟੀ ਸੀ ਵੱਡੀ ਬਣ ਗਈ ਜਦੋਂ ਸੋਸ਼ਲ ਮੀਡੀਆ ਤੇ ਖਬਰ ਕੋ ਆਉਂਦੀ ਇਹਦੇ 'ਚ ਫੱਗ ਵਾਂਗੂ ਫੈਲਦੀ ਗੱਲ, ਉਹ ਹੈਗੀ ਸੀ ਜੀ ਸੰਗਰੂਰ ਵਾਲੀ ਗੱਲ। ਫਿਰ ਦੁਬਾਰਾ ਮੈਂ ਕਰਨੀ ਚਾਹੁੰਦਾ। ਸੰਗਰੂਰ ਦੇ ਵਿੱਚ ਅਖੀਰਲੇ ਦਿਨਾਂ 'ਚ ਇਲੈਕਸ਼ਨ ਤੋਂ 1 ਦਿਨ ਪਹਿਲਾਂ 2 ਦਿਨ ਪਹਿਲਾਂ ਰੋਡ ਸ਼ੋਅ ਹੋਏ। ਹੋਰ ਪਾਰਟੀਆਂ ਤਾਂ ਕਰ ਹੀ ਨਹੀਂ ਸਕੀਆਂ ਰੋਡ ਸ਼ੋਅ। ਮਾਨ ਸਾਹਿਬ ਨੇ ਮਾੜਾ ਮੋਟਾ ਕੀਤਾ ਤੇ ਆਮ ਆਦਮੀ ਪਾਰਟੀ ਨੇ ਠੋਕ ਵਜਾ ਕੇ ਕੀਤਾ। ਸੁਪਰੀਮੋ ਉਹਨਾਂ ਦੇ ਆਏ, ਉਹ ਇੱਕ ਗੱਡੀ ਵਿੱਚ ਖੜੇ ਆ, ਉੱਪਰ ਲੋਕਾਂ ਤੇ ਅਭਿਨੰਦਨ ਲੈ ਰਹੇ, ਹੱਥ ਜੋੜ ਕੇ ਲੋਕਾਂ ਦਾ ਸਵਾਗਤ ਕਰ ਰਹੇ ਆ, ਜਾਂ ਕਹਿ ਲਓ ਵੀ ਉਹਨਾਂ ਨੂੰ ਥੈਂਕਸ ਕਹਿ ਰਹੇ। ਪਰ ਦੂਜੇ ਪਾਸੇ ਨਾਲ ਹੀ ਉਸੇ ਕਾਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਟਕੇ ਹੋਏ, ਜਿੱਦਾਂ ਸਿਕਿਉਰਿਟੀ ਗਾਰਡ ਲਟਕੇ ਹੁੰਦੇ। ਇਹ ਗੱਲ ਚਰਚਾ 'ਚ ਬੜੀ ਆ ਵੀ ਪਹਿਲਾਂ ਤਾਂ ਗੱਲ ਆਈ ਵੀ ਇਹ ਨਹੀਂ ਜੀ ਫੇਕ ਫੋਟੋ ਹੈ, ਕਿਸੇ ਨੇ ਪਾਤੀ ਸੋਸ਼ਲ ਮੀਡੀਆ 'ਤੇ। ਉਸ ਤੋਂ ਬਾਅਦ ਉਹ ਸਾਬਤ ਹੋ ਗਈ ਵੀ ਫੇਕ ਨਹੀਂ ਹੈ। ਕਿ ਇੱਕ ਰਾਜ ਦਾ ਮੁੱਖ ਮੰਤਰੀ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਸਿਕਿਉਰਿਟੀ ਗਾਰਡ ਵਾਂਗੂ ਲਟਕ ਕੇ ਨਾਲ ਨਾਲ ਜਾ ਰਿਹਾ, ਇਹਦੇ ਨਾਲ ਬਹੁਤ ਸਾਰੇ ਜਿਹੜੇ ਸਿਆਣੇ ਪੋਲੀਟੀਸ਼ੀਅਨ ਹੈਗੇ ਜੀ, ਉਹ ਕਹਿੰਦੇ ਕਿ ਇਹ ਇੱਕ ਮੁੱਖ ਮੰਤਰੀ ਦੇ ਅਹੁਦੇ ਦਾ ਘਟਾਅ ਹੈ। ਤੁਸੀਂ ਕੀ ਕਹਿੰਦੇ ਹੋ? ਨਹੀਂ, ਬਿਲਕੁਲ ਠੀਕ ਗੱਲ ਹੈ ਕਿ ਚੀਫ ਮਿਨਿਸਟਰ ਜਿਹੜਾ ਹੈਗਾ ਪਾਰਟੀ ਸੁਪਰੀਮੋ ਨਾਲੋਂ ਪੰਜਾਬ ਵਿੱਚ ਸੁਪਰੀਮ ਹੈ। ਹੀ ਰਿਪਰੈਜ਼ੈਂਟਸ ਪੰਜਾਬ, ਔਰ ਇਹ ਮੈਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਬਹੁਤ ਵੱਡੀ ਇੱਕ ਲੈਪਸ ਹੈ ਇਸ ਕਿਸਮ ਦੀ। ਉਹਨਾਂ ਵਾਸਤੇ ਉਹਨੂੰ ਅਲਾਉ ਹੀ ਨਹੀਂ ਕਰਨਾ ਚਾਹੀਦਾ ਸੀ। ਉਹਨਾਂ ਵਾਸਤੇ ਇੱਕ ਵੱਖਰੀ ਕਾਰ ਹੋਣੀ ਚਾਹੀਦੀ, ਬਿਲਕੁਲ ਹੋਣੀ ਚਾਹੀਦੀ, ਬਿਲਕੁਲ ਵੱਖਰੀ। ਉਹ ਅੱਗੇ ਜਾਂਦੀ ਜਾਂ ਪਿੱਛੇ ਜਾਂਦੀ, ਉਹ ਅੱਗੇ ਜਾਂਦੀ ਜਾਂ ਪਿੱਛੇ, ਉਹ ਨਹੀਂ ਇਸ਼ੂ ਹੈਗਾ, ਕਿਉਂਕਿ ਇਹ ਪੋਲੀਟੀਕਲ ਰੈਲੀ ਗਵਰਨਮੈਂਟ ਦਾ ਨਹੀਂ ਹੈ। ਇਹਦੇ 'ਚ ਕੋਈ ਪ੍ਰੋਟੋਕੋਲ ਨਹੀਂ ਹੁੰਦਾ ਪੋਲੀਟੀਕਲ ਰੈਲੀ ਦੇ ਵਿੱਚ। ਜੇ ਤਾਂ ਗਵਰਨਮੈਂਟ ਦਾ ਫੰਕਸ਼ਨ ਹੋਵੇ ਉਹਦੀ ਤਾਂ ਪ੍ਰੋਟੋਕੋਲ ਹੈ ਕਿ ਚੀਫ ਮਿਨਿਸਟਰ ਨੇ ਕਿੱਥੇ। ਚਲੋ ਸੁਪਰੀਮੋ ਨੇ ਮੂਹਰੇ ਲੱਗਣਾ, ਕੋਈ ਗੱਲ ਨਹੀਂ। ਹਾਂਜੀ, ਪੋਲੀਟੀਕਲ ਸੁਪਰੀਮੋ ਮੂਹਰੇ ਨੇ, ਉਹਨਾਂ ਦੀ ਗੱਡੀ ਪਿੱਛੇ ਹੋਣੀ ਚਾਹੀਦੀ ਆ, ਪਰ ਉਹਨਾਂ ਨੂੰ ਪ੍ਰੋਪਰ, ਮੈਂ ਵੀ ਦੇਖਿਆ ਹੈਗਾ, ਦੈਟਸ ਨਾਟ ਇਨ ਗੁੱਡ ਟੇਸਟ, ਬਿਲਕੁਲ ਹੈਗਾ। ਤੇ ਇਹ ਨਹੀਂ ਜੀ, ਸਵਾਲ ਹੈ ਸਰ ਕਿ ਉਹਨਾਂ ਦੀ ਪਰਸਨਲ ਸਿਕਿਉਰਿਟੀ ਜਿਹੜੀ ਗਵਰਨਮੈਂਟ ਵੱਲੋਂ ਹੀ ਉਹਨੂੰ ਮਿਲੀ ਹੋਈ ਹੈ ਕਿ ਚੀਫ ਮਿਨਿਸਟਰ, ਉਹਨੇ ਅਲਾਉ ਕਿੱਦਾਂ ਕਰਤਾ ਲਟਕ ਕੇ ਜਾਣਾ? ਮੈਂ ਉਹੀ ਗੱਲ ਕਹਿੰਦਾ ਵੀ ਇਹ ਸਿਕਿਉਰਿਟੀ ਲੈਪਸ ਹੈਗੀ ਆ ਕਿ ਇਸ ਕਿਸਮ ਦੇ ਨਾਲ ਜਿਵੇਂ ਉਹ ਲਟਕਦੇ ਜਾ ਰਹੇ ਨੇ, ਔਰ ਬੁਰਾ ਵੀ ਲੱਗ ਰਿਹਾ ਹੈਗਾ ਲੋਕਾਂ ਨੂੰ। ਪਹਿਲਾਂ ਤਾਂ ਭਗਵੰਤ ਮਾਨ ਦੇ ਦਿਮਾਗ 'ਚ ਦਿਲ ਵਿੱਚ ਗੱਲ ਆਉਣੀ ਕਿ ਮੈਂ ਤਾਂ ਲਟਕਣਾ, ਇਹ ਉਹ ਗਲਤ ਹੈ। ਨਹੀਂ, ਮੈਨੂੰ ਨਹੀਂ ਲੱਗਦਾ ਕਿ ਕਈ ਵਾਰ ਕੁਝ ਕੰਮ ਜਿਹੜੇ ਹੁੰਦੇ ਨਾ MP ਸਿੰਘ ਜੀ ਸਪੌਂਟੇਨੀਅਸ ਹੋ ਜਾਂਦੇ ਆ। ਤੁਹਾਨੂੰ ਯਾਦ ਹੋਣਾ ਕਿ ਬਹੁਤ ਦੇਰ ਪਹਿਲਾਂ ਇੱਕ ਸੀ ਕਿ
ਸੰਜੇ ਗਾਂਧੀ ਜੀ ਜਾ ਰਹੇ ਗਿਆਨੀ ਜੈਲ ਸਿੰਘ ਨਾਲ ਜੁੜੀ ਗੱਲ ਤੇ ਹੈ। ਗਿਆਨੀ ਜੈਲ ਸਿੰਘ ਦਾ ਚੱਪਲ ਚੱਕ ਕੇ ਫੜਾਈ, ਚੱਪਲ ਚੱਕ ਕੇ ਫੜਾਤੀ ਸੀ। ਤੋ ਇਹ ਨਾ ਕਈ ਵਾਰੀ ਕੰਮ ਬੰਦਾ ਸਪੌਂਟੇਨੀਅਸ ਕਰਦਾ, ਜਿਵੇਂ ਤੁਸੀਂ ਵੱਡੇ ਬੰਦੇ ਕੋਲ ਕਿਤੇ ਜਾਂਦੇ ਹੋ, ਤੁਸੀਂ ਪੈਰੀ ਹੱਥ ਲਾ ਦਿੰਦੇ ਹੋ, ਉਹ ਇੱਕ ਮੁੱਦਾ ਬਣ ਜਾਂਦਾ। ਕਿ ਮੈਨੂੰ ਯਾਦ ਹੈ ਕਿ ਜਦੋਂ ਭਗਵੰਤ ਮਾਨ ਜੀ ਕੇਜਰੀਵਾਲ ਕੋਲ ਗਏ, ਐਜ ਏ ਮਾਰਕ ਆਫ ਰਿਸਪੈਕਟ ਆਪਾਂ ਗੋਡਿਆਂ ਨੂੰ ਹੱਥ ਲਾਉਣੇ ਹੈਗੇ ਆ, ਇਹ ਆਪਣਾ ਜਾਨੀ ਸ਼ਿਸ਼ਟਾਚਾਰ ਹੈ ਕਦਾ। ਤੇ ਉਹਨੂੰ ਵੀ ਬਹੁਤ ਜੀ ਪੰਜਾਬ ਸਾਰਾ ਜੀ ਉਹ ਆਏ ਕੇਜਰੀਵਾਲ ਜੀ ਨਹੀਂ, ਉਹ ਗੱਲ ਨਹੀਂ ਹੈਗੀ, ਜਸਟ ਮਤਲਬ ਇਹ ਹੈ ਕਿ ਇੱਕ ਬੀਇੰਗ ਚੀਫ ਮਿਨਿਸਟਰ, ਨਹੀਂ ਬੀਇੰਗ ਚੀਫ ਮਿਨਿਸਟਰ ਮੈਨੂੰ ਲੱਗਦਾ ਕਿ ਸਿਕਿਉਰਿਟੀ ਲੈਪਸ ਹੈਗੀ ਆ, ਇਹ ਕਰੈਕਟ ਕਰਨੀ ਚਾਹੀਦੀ ਸੀਗੀ ਤੇ ਇਹ ਠੀਕ ਨਹੀਂ ਹੋਇਆਗਾ। ਇਹਦਾ ਮੈਸੇਜ ਵੀ ਅੱਛਾ ਨਹੀਂ ਗਿਆ ਲੋਕਾਂ ਦੇ ਵਿੱਚ, ਚੰਗਾ ਮੈਸੇਜ ਨਹੀਂ ਗਿਆ। ਗਾਂ ਤੋਂ ਜੇ ਕਰਨਗੇ ਤਾਂ ਮੈਨੂੰ ਲੱਗਦਾ ਕਰੈਕਟ ਕਰ ਲੈਣਗੇ। ਇੱਕ ਮੈਂ ਤਾਂ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ, ਜਿਹੜੀ ਕਿ ਆ ਰਹੀ ਸੀਗੀ ਬੀਬੀ ਕਮਲਦੀਪ ਕੌਰ ਜਿਹੜੇ ਲੜ ਰਹੇ ਨੇ, ਉਹਨਾਂ ਦੀ ਵੀ ਟੀਵੀ ਤੇ ਇੱਕ ਸਲੌਟ ਜਿਹਾ ਬਣਾ ਕੇ ਕਿ ਉਹਨਾਂ ਦਾ ਇੱਕ ਬੂਥ ਹੈ, ਉੱਥੇ ਥੱਲੇ ਲਿਖਿਆ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਸੀਂ ਵੋਟ ਪਾਓ। ਉੱਥੇ ਜਿਹੜੇ 2 ਬੂਥ ਦੇ ਇੰਚਾਰਜ ਨੇ, ਬੋਥ ਆਰ ਟੇਕਿੰਗ ਸਿਗਰਟਸ। ਇਹ ਗੱਲ ਤੋਂ ਮੈਂ ਦੇਖਿਆ ਕਿ ਪਤਾ ਨਹੀਂ ਪ੍ਰਾਈਮ ਏਸ਼ੀਆ ਜਾਂ ਵਿਜ਼ਨ ਪੰਜਾਬ ਹੈ, ਕਿੰਨੇ ਵਾਰੀ ਦਿਖਾ ਚੁੱਕੇ ਆ। ਬਿਲਕੁਲ, ਇਹ ਤਾਂ ਪੋਲੀਟੀਸ਼ੀਅਨਾਂ ਨੂੰ ਸੋਚਣ ਦੀ ਲੋੜ ਹੈ। ਇਹ ਪੋਲੀਟੀਸ਼ੀਅਨਸ ਨੂੰ, ਪੋਲੀਟੀਕਲ ਕਲਾਸ ਨੂੰ, ਰਾਜਨੀਤੀ ਨੂੰ ਗੰਧਲਾ ਨਹੀਂ ਕਰਨਾ ਚਾਹੀਦਾ। ਤੇ ਜੋ ਗੰਧਲਾ ਕਰ ਰਹੇ ਨੇ ਤਾਂ ਉਹ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੰਡੇ ਬੀਜ ਰਹੇ ਨੇ। ਬਿਲਕੁਲ ਕੰਡੇ ਬੀਜ ਰਹੇ ਨੇ। ਤੇ ਕਈਆਂ ਨੂੰ ਤਾਂ ਸੇਕ ਲੱਗਦਾ ਜਦੋਂ ਪੋਲੀਟੀਸ਼ੀਅਨ ਦੇ ਬੱਚੇ ਗਾਂ ਕਿਤੇ ਐਡਜਸਟ ਨਹੀਂ ਹੁੰਦੇ, ਫਿਰ ਕਹਿੰਦੇ ਵੀ ਇਹਨਾਂ ਦਾ ਵੀਜ਼ਾ ਲਵਾਓ, ਇਹਨਾਂ ਨੂੰ ਬਾਹਰ ਕੱਢੋ। ਬਿਲਕੁਲ, ਜੇ ਹੁਣ ਮਿਨਿਸਟਰ ਕਹੇ ਵੀ ਮੇਰੇ ਬੱਚੇ ਬਾਹਰ ਕੱਢੋ, ਇਹਦਾ ਮਤਲਬ ਹੈ ਕਿ ਤੂੰ ਸਿਸਟਮ ਠੀਕ ਨਹੀਂ ਰੱਖਿਆ। ਬਿਲਕੁਲ ਠੀਕ ਤੁਹਾਡੀ। ਜੇ ਸਿਸਟਮ ਠੀਕ ਰੱਖਿਆ ਹੁੰਦਾ ਤਾਂ ਤੁਹਾਨੂੰ ਹੁੰਦਾ ਵੀ ਮੇਰਾ ਬੱਚਾ ਇੱਥੇ ਪੜੂਗਾ। ਬਿਲਕੁਲ ਠੀਕ। ਆਮ ਬੰਦੇ ਨੇ ਤਾਂ ਬੱਚੇ ਨੇ ਕੱਢਣੇ ਵੀ ਤਾਂ ਮਜਬੂਰੀ ਆ, ਤੇ ਜੇ ਇਹਨਾਂ ਦੀ ਮਜਬੂਰੀ ਬਣ ਰਹੀ ਆ ਤਾਂ ਮੈਨੂੰ ਲੱਗਦਾ ਕਿ ਇਹਨਾਂ ਨੂੰ ਸੋਚਣਾ ਚਾਹੀਦਾ। ਨਹੀਂ ਜੀ, ਅੰਦਰੋਂ ਆਪ ਸੋਚ ਲੈਂਦੇ ਆ, ਆਪਦੇ ਸਿਰਫ ਆਪਦੇ ਪਰਿਵਾਰ ਦਾ ਹੀ ਸੋਚਦੇ ਨਾ, ਫਿਰ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਵੱਡੀ ਮਿਲੀ ਹੋਈ ਹੈ, ਬਹੁਤ ਵੱਡੀ ਜ਼ਿੰਮੇਵਾਰੀ ਹੈ, ਉਹ ਨਹੀਂ ਨਿਭਾਉਂਦੇ, ਉਹ ਬਿਲਕੁਲ ਨਹੀਂ ਨਿਭਾਉਂਦੇ। ਪ੍ਰੋਫੈਸਰ ਬਹੁਤ ਮਿਹਰਬਾਨੀ ਜੀ, ਬੜੇ ਗੰਭੀਰ ਸਬਜੈਕਟਸ ਦੇ ਉੱਤੇ ਆਪਾਂ ਚਰਚਾ ਕੀਤੀ ਹੈਗੀ ਹੈ। ਮੈਨੂੰ ਲੱਗਦਾ ਕਿ ਅਸੀਂ ਕੋਈ ਬਹੁਤਾ ਗੰਭੀਰ ਮਸਲਾ ਛੱਡਿਆ ਨਹੀਂ ਹੈ ਜਿੱਤੇ ਗੱਲ ਨਾ ਕੀਤੀ ਹੋਵੇ। ਭਾਰਤ ਦੇ ਰਾਸ਼ਟਰਪਤੀ ਦੀ ਚੋਣ ਤੋਂ ਲੈ ਕੇ ਗੌਤਮ ਅਡਾਨੀ ਦੇ ਬਰਥਡੇ ਤੱਕ, ਜਾਂ ਫਿਰ ਜਿਹੜੀ ਸੰਗਰੂਰ ਦੀ ਇਲੈਕਸ਼ਨ, ਉਹਦੇ ਨਤੀਜੇ ਕੀ ਆਉਂਦੇ ਆ ਉਹ ਪਤਾ ਲੱਗ ਜਾਊਗਾ। ਅਸੀਂ ਉਹਨੂੰ ਵੀ ਥੋੜ੍ਹਾ ਜਿਹਾ ਛੋਹਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਨਾਲ ਦੀ ਨਾਲ ਅਸੀਂ ਜਿਹੜਾ ਗੁਜਰਾਤ ਦੇ ਵਿੱਚ ਘਟਨਾ ਵਾਪਰੀ ਸੀ 2002 ਦੇ ਵਿੱਚ, ਉਹਦੇ ਸੰਬੰਧ ਵਿੱਚ ਵੀ ਸੁਪਰੀਮ ਕੋਰਟ ਦਾ ਫੈਸਲਾ, ਹਾਲਾਂਕਿ ਕਹਿੰਦੇ ਹੁੰਦੇ ਕੋਰਟਾਂ ਦੇ ਫੈਸਲੇ ਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ ਜਾਂ ਜ਼ਿਕਰ ਨਹੀਂ ਕਰ ਸਕਦੇ, ਪਰ ਜਿਹੜੀ ਗਲਤ ਗੱਲ ਆ ਉਹ ਗਲਤ ਹੀ ਹੋਣੀ ਚਾਹੀਦੀ ਹੈ। ਕੋਰਟ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਜ਼ਿੰਮੇਵਾਰ ਅਕਸਰ ਕੌਣ, ਜੇ ਮੋਦੀ ਸਾਹਿਬ ਜਾਂ ਅਫਸਰਸ਼ਾਹੀ ਜਾਂ ਹੋਰ ਪੋਲੀਟੀਸ਼ੀਅਨ ਜ਼ਿੰਮੇਵਾਰ ਨਹੀਂ ਹੈ ਤੇ ਫਿਰ ਕੀ ਮਰਨ ਵਾਲੇ ਜ਼ਿੰਮੇਵਾਰ ਹੈ? ਇਹ ਗੱਲ ਜੂਨ 84 ਤੋਂ ਬਾਅਦ ਨਵੰਬਰ 84 ਦੇ ਵਿੱਚ ਦਿੱਲੀ ਵਾਲੀ ਜਿਹੜੀ ਘਟਨਾ ਵਾਪਰੀ, ਉਹਦੇ ਲਈ ਵੀ ਓਡਾ ਸਵਾਲ ਮੂੰਹ ਅੱਡ ਕੇ ਖੜਾ, ਤੇ ਹੁਣ ਗੁਜਰਾਤ ਵਾਲਾ ਵੀ। ਪ੍ਰੋਫੈਸਰ ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। MP ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰੇ ਵਿਊਅਰਸ, ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਸੁਣਦੇ ਹੋ। ਜੋ ਤੁਹਾਡੇ ਵਿਚਾਰ ਹੈ ਤੁਸੀਂ ਫੇਸਬੁੱਕ 'ਤੇ ਆਪਦੇ ਕਮੈਂਟ ਦੇ ਸਕਦੇ ਹੋ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ, ਮਿਹਰਬਾਨੀ।